कि कदी भी कोई जांच वो जनता के हक दे विच नहीं जाती। उहदे विच तुसीं चाहे ला लो दशहरा कांड, चाहे बटाला बम बलास्ट, चाहे रेत की जांच, चाहे स्कूल पेरेंट्स का मसला है, चाहे बेदबी का, चाहे नशे का, चाहे मतलब गोली कांड का मसला है, कदी भी जनता के हक 'च फैसला नहीं जाता। क्योंकि ये धनाड़ शाहूकार रसूखदार पॉलीटिशियन ते जिहड़े अफसर ने ये इनवॉल्व होंदे ने, सरकार हमेशा ही उन्हां दा बचाव करती है। अजे तो ये उत्ते जांच जिहड़ी होर गहरी करन दी लोड़ सी। और मैनूं पता लगा कि कैप्टन अमरिंदर सिंह दे एक सलाहकार ने जिहड़ी इहदी जांच इहदी इनकुआयरी जिद्दां दशहरे दीयां री इनकुआयरी हुंदी रही है, उस तर्ज ते इहनूं पाउणा चाहुंदे ने, इहनूं दफनाउणा चाहुंदे ने इस जांच नूं और इहनूं दबाउणा चाहुंदे ने। पर जनता किते भी ये दबण नहीं देगी। आई एम एडवाइज़र ऑफ स्टार हैल्थ इंश्योरेंस। मेरी ब्रांच का कर पता है, रंजीत अंबरसर सारी ब्रांच में पता है मेरे नाल की होया। ਇਹ ਸਾਨੂੰ ਸ਼ਦਾਈ ਬਣਾਉਣ ਦੇ, ਜਿਨ੍ਹਾਂ ਨੂੰ ਪੈਸੇ ਚਾਹੀਦੇ। ਮੈਂ ਉਹਨਾਂ ਨੂੰ ਮੈਡੀਕਲੇਮ ਦਾ ਕਾਰਡ ਦਿੱਤਾ, ਇਹ ਕ੍ਰੈਡਿਟ ਕਰ ਲੈਂਦਾ ਜਿੰਨੇ ਪੈਸੇ ਕਰਨੇ ਸੀ। ਇਹਨੇ ਮੇਰੇ ਪਰਿਵਾਰ ਨੇ ਸਾਰਾ ਹਰਾਸਮੈਂਟ ਕੀਤੀ ਆ, ਅਸੀਂ ਇਹਨਾਂ ਨੂੰ ਛੱਡੋ। ਇੱਕ ਪਾਸੇ ਤੁਸੀਂ ਧੱਕਾ ਕਰਨ ਦਿਓ ਤੇ ਦੂਜੇ ਪਾਸੇ ਤੁਸੀਂ ਪ੍ਰੋਟੈਸਟ ਕਰਨ ਦਿਓ। ਅਸੀਂ ਘਰੋਂ ਆਏ ਆ, ਇੱਕ ਵੀਡੀਓ ਹੋਣੀ ਆ, ਲੋਕਾਂ ਨੂੰ ਸਮਾਜ ਨੂੰ ਪਤਾ ਲੱਗੇ। ਇਹ ਘਰੋਂ ਬੈਨਰ ਲੈ ਕੇ ਆਏ ਹੋਏ ਆ, ਇਹ ਸ਼ਦਾਈ ਬਣਾਉਣ ਦੇ ਸਾਨੂੰ। ਸਰ ਐਸਾ ਪਰਚਾ ਕੀਤਾ ਤੇ ਜੇ ਇਹ ਬੰਦੇ ਨੂੰ ਇੰਨਾ ਮਾੜਾ ਐਮਸੀ ਲੱਗਦਾ ਹੈ ਤੇ ਆਪਣੀ ਫੈਮਿਲੀ ਕੋਲ ਲੈ ਕੇ ਆਏ ਐਮਸੀ 'ਚ। ਉਹ ਕਹਿੰਦਾ ਕਿ ਮੈਂ ਉਦੋਂ ਇਸ ਸਿਚੁਏਸ਼ਨ 'ਚ ਨਹੀਂ ਸੀ ਹੈਗਾ, ਪਰ ਅੱਜ ਮੈਂ ਲੋਕਾਂ ਦੇ ਨਾਲ ਜ਼ਰੂਰ ਖਲੋਊਂਗਾ। ਜੋ ਮੇਰੇ ਨਾਲ ਘਟਨਾ ਵਾਪਰੀ ਆ ਹੋਰ ਕਿਸੇ ਨਾਲ। EMC ਹਸਪੀਟਲ ਦੇ ਬਿਲਕੁਲ ਬਾਹਰ ਖੜੇ ਹੈਗੇ ਮਨਦੀਪ ਸਿੰਘ ਮੰਨਾ ਸਾਡੇ ਨਾਲ ਆ। ਹਮੇਸ਼ਾ ਹੀ ਤੁਸੀਂ ਵੇਖਦੇ ਹੋ ਚਰਚਿਤ ਚਿਹਰਾ ਵਾ। ਕੋਵਿਡ-19 ਦੇ ਵਿੱਚ ਜੇ ਸੇਵਾਵਾਂ ਦੀ ਗੱਲ ਕਰੀਏ ਤੇ ਮਨਦੀਪ ਸਿੰਘ ਮੰਨਾ ਨੇ ਬਹੁਤ ਵੱਡੀਆਂ ਸੇਵਾਵਾਂ ਵੀ ਕੀਤੀਆਂ, ਲੋਕਾਂ ਦੇ ਘਰੇ ਘਰੇ ਰਾਸ਼ਨ ਵੀ ਪਹੁੰਚਾਇਆ। ਜੇ ਅੱਜ ਗੱਲ ਕਰੀਏ ਤਾਂ ਅੱਜ ਆਵਾਜ਼ ਬਣੇ ਹੋਏ ਲੋਕਾਂ ਦੀ ਜਿਨ੍ਹਾਂ ਨੂੰ ਉਹਨਾਂ ਟਾਈਮਾਂ ਦੇ ਵਿੱਚ ਹਰਾਸਮੈਂਟ ਕੀਤੀ ਗਈ ਤੁੱਲੀ ਲੈਬ ਵੱਲੋਂ ਜਾਂ ਕੁਝ ਹਸਪਤਾਲਾਂ ਵੱਲੋਂ। ਅੱਜ EMC ਹਸਪੀਟਲ ਦੇ ਬਾਹਰ ਆ ਮਨਦੀਪ ਸਿੰਘ ਮੰਨਾ ਸਾਡੇ ਨਾਲ ਜੁੜ ਚੁੱਕਿਆ। ਮਨਦੀਪ ਸਿੰਘ ਮੰਨਾ ਜੀ, ਕਿਵੇਂ ਲੱਗਦਾ ਤੁਹਾਨੂੰ ਸਰਕਾਰ ਵੱਲੋਂ ਇੱਕ ਵਾਅਦਾ, ਵਿਜੀਲੈਂਸ ਵਿਭਾਗ ਦਾ ਛਾਪਾ ਵੀ ਪੈਂਦਾ, ਸਾਰਾ ਕੁਝ ਹੁੰਦਾ ਵਾ, ਉਸ ਤੋਂ ਬਾਅਦ 'ਚ ਕਾਰਵਾਈ ਨਹੀਂ ਹੁੰਦੀ, ਅੱਜ ਫਿਰ ਤੁਹਾਨੂੰ ਇੱਥੇ ਆਉਣਾ ਪਿਆ? ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦਾ ਜੀ, ਜਿਸ ਦਿਨ ਇਹ ਪਰਚਾ ਦਰਜ ਕੀਤਾ ਗਿਆ ਸੀਗਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਸੀਗਾ। ਔਰ ਉਹਦੇ ਨਾਲ ਮੈਂ ਇੱਕ ਗੱਲ ਹੋਰ ਕਹਿ ਦਿੱਤੀ ਸੀ ਕਿ ਕਦੀ ਵੀ ਕੋਈ ਜਾਂਚ ਉਹ ਜਨਤਾ ਦੇ ਹੱਕ ਦੇ ਵਿੱਚ ਨਹੀਂ ਜਾਂਦੀ। ਉਹਦੇ ਵਿੱਚ ਤੁਸੀਂ ਚਾਹੇ ਲਾ ਲਓ ਦਸ਼ਹਰਾ ਕਾਂਡ, ਚਾਹੇ ਬਟਾਲਾ ਬੰਬ ਬਲਾਸਟ, ਚਾਹੇ ਰੇਤ ਦੀ ਜਾਂਚ, ਚਾਹੇ ਸਕੂਲ ਪੇਰੈਂਟਸ ਦਾ ਮਸਲਾ ਹੈ, ਚਾਹੇ ਬੇਦਬੀ ਦਾ, ਚਾਹੇ ਨਸ਼ੇ ਦਾ, ਚਾਹੇ ਮਤਲਬ ਗੋਲੀ ਕਾਂਡ ਦਾ ਮਸਲਾ ਹੈ, ਕਦੀ ਵੀ ਜਨਤਾ ਦੇ ਹੱਕ 'ਚ ਫੈਸਲਾ ਨਹੀਂ ਜਾਂਦਾ। ਕਿਉਂਕਿ ਇਹਦੇ ਵਿੱਚ ਧਨਾੜ ਸ਼ਾਹੂਕਾਰ ਰਸੂਖਦਾਰ ਪੋਲੀਟੀਸ਼ੀਅਨ ਤੇ ਜਿਹੜੇ ਅਫਸਰ ਨੇ ਇਹ ਇਨਵੋਲਵ ਹੁੰਦੇ ਨੇ, ਸਰਕਾਰ ਹਮੇਸ਼ਾ ਹੀ ਉਹਨਾਂ ਦਾ ਬਚਾਅ ਕਰਦੀ ਹੈ। ਅੱਜ ਮਹੀਨੇ ਦੇ ਕਰੀਬ ਹੋ ਗਿਆ ਪਰਚਾ ਦਰਜ ਕੀਤਾ ਗਿਆ 6 ਲੋਕਾਂ ਦੇ ਉੱਤੇ। ਜੇ ਤੁਹਾਨੂੰ ਲੱਗਦਾ ਸੀਗਾ ਕਿ ਇਹ ਕਸੂਰਵਾਰ ਨਹੀਂ ਹੈਗੇ ਤੇ ਤੁਸੀਂ ਫਿਰ ਉਦੋਂ ਪਰਚਾ ਨਾ ਦਰਜ ਕਰਦੇ, ਇਹਨਾਂ ਦੇ ਉੱਤੇ ਤੁਸੀਂ ਜਾਂਚ ਕਰਾ ਲੈਂਦੇ। ਜੇ ਪਰਚਾ ਦਰਜ ਕੀਤਾ ਗਿਆ ਉਸ ਤੋਂ ਬਾਅਦ 1-2 ਰੇਡ ਵੀ ਕੀਤੇ ਗਏ ਜਦੋਂ ਤੱਕ ਇਹਨਾਂ ਨੂੰ ਲੱਗਾ। ਉਸ ਤੋਂ ਬਾਅਦ ਪਤਾ ਨਹੀਂ ਕੀ ਇਹਨਾਂ ਦੀਆਂ ਜੇਬਾਂ ਗਰਮ ਹੋਈਆਂ, ਕੀ ਇਹਨਾਂ ਦੇ ਉੱਤੇ ਪ੍ਰੈਸ਼ਰ ਪਿਆ। ਅੱਜ ਕੀ ਗੱਲ ਹੋਏ, ਲੋਕ ਪਾਕ ਸਾਫ ਹੋ ਗਏ ਨੇ, ਸਾਰੇ ਸ਼ਹਿਰ ਨੂੰ ਡਰਾ ਰਹੇ ਨੇ ਕਿ ਸਾਡਾ ਕੁਝ ਨਹੀਂ ਹੋ ਸਕਦਾ। 3 ਪੇਸ਼ੈਂਟ ਲੈ ਕੇ ਉਦੋਂ ਮੈਂ ਖੁਲਾਸਾ ਕੀਤਾ ਸੀ ਤੁੱਲੀ ਲੈਬ ਦਾ, 8-10 ਪੇਸ਼ੈਂਟ ਲੈ ਕੇ ਮੈਂ ਹੁਣ ਇੱਥੇ ਆਇਆ। ECHS ਦਾ ਘਪਲਾ ਜਿਹ 'ਚ ਫੌਜੀਆਂ ਦੇ ਪੈਸੇ ਖਾਧੇ ਜਾਂਦੇ ਨੇ ਬਿਨਾਂ ਬੰਦੇ ਦਾਖਲ ਕੀਤੇ। ਅਜੇ ਤੇ ਇਹਦੇ ਉੱਤੇ ਜਾਂਚ ਜਿਹੜੀ ਹੋਰ ਗਹਿਰੀ ਕਰਨ ਦੀ ਲੋੜ ਸੀ। ਔਰ ਮੈਨੂੰ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇੱਕ ਸਲਾਹਕਾਰ ਨੇ ਜਿਹੜੀ ਇਹਦੀ ਜਾਂਚ ਇਹਦੀ ਇਨਕੁਆਇਰੀ ਜਿੱਦਾਂ ਦਸ਼ਹਰੇ ਦੀਆਂ ਰੀ ਇਨਕੁਆਇਰੀ ਹੁੰਦੀ ਰਹੀ ਹੈ, ਉਸੇ ਤਰਜ਼ ਤੇ ਇਹਨੂੰ ਪਾਉਣਾ ਚਾਹੁੰਦੇ ਨੇ, ਇਹਨੂੰ ਦਫਨਾਉਣਾ ਚਾਹੁੰਦੇ ਨੇ ਇਸ ਜਾਂਚ ਨੂੰ ਔਰ ਇਹਨੂੰ ਦਬਾਉਣਾ ਚਾਹੁੰਦੇ ਨੇ। ਪਰ ਜਨਤਾ ਕਿਤੇ ਵੀ ਇਹ ਦੱਬਣ ਨਹੀਂ ਦੇਊਗੀ। ਮੰਨਾ ਜੀ, ਆਮੋ ਸਾਹਮਣੇ ਤਕਰਾਰਬਾਜ਼ੀ ਬਣ ਚੁੱਕੀ ਸੀ। ਇਸ ਟਾਈਮ ਤੁਸੀਂ ਵੇਖ ਚੁੱਕੇ, ਨਾਅਰੇਬਾਜ਼ੀ ਹੋਈ, ਤੁਹਾਡੇ ਵੱਲੋਂ ਵੀ ਹੋਈ, ਉੱਧਰੋਂ ਵੀ ਹੋਈ। ਹਸਪੀਟਲ ਬਾਰ-ਬਾਰ ਕਹਿ ਰਿਹਾ ਕਿ ਸਾਨੂੰ ਹਰਾਸਮੈਂਟ ਕੀਤਾ ਜਾ ਰਿਹਾ। ਜਦੋਂ ਅਸੀਂ ਵੀ ਉਹਨਾਂ ਨੂੰ ਸਵਾਲ ਕੀਤਾ ਕਿ ਜੇ ਹਸਪੀਟਲ ਦੋਸ਼ੀ ਪਾਇਆ ਜਾਂਦਾ ਤੁਸੀਂ ਮੰਨਦੇ ਹੋ, ਪਰ ਇਸ ਗੱਲ ਜਦੋਂ ਆਉਂਦੀ ਸੀ ਉਹ ਕੇਵਲ ਇੱਕੋ ਹੀ ਹੁੰਦਾ ਸੀ ਨਾਰਾ, ਮਨਦੀਪ ਸਿੰਘ ਮੰਨਾ ਮੁਰਦਾਬਾਦ। ਮਨਦੀਪ ਸਿੰਘ ਮੰਨਾ ਮੁਰਦਾਬਾਦ ਨਹੀਂ ਮੈਂ ਸੁਣ ਰਿਹਾ ਸੀ ਜੀ। ਉਹ ਕਹਿ ਰਹੇ ਸੀ ਮਨਦੀਪ ਸਿੰਘ ਮੰਨਾ ਚੋਰ, ਮਨਦੀਪ ਸਿੰਘ ਮੰਨਾ ਠੱਗ। ਅੱਜ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਗੱਲ ਕਹਿਣੀ ਚਾਹੁੰਦਾ। ਜੇ ਤਾਂ ਪਹਿਲੀ ਗੱਲ ਤੇ ਪਰਚਾ ਤੇ ਵਿਜੀਲੈਂਸ ਨੇ ਦਰਜ ਕੀਤਾ, ਤੇ ਜੇ ਤੁਹਾਨੂੰ ਲੱਗਦਾ ਹੈ ਤੇ ਇਹ ਪ੍ਰਦਰਸ਼ਨ ਤੁਸੀਂ ਵਿਜੀਲੈਂਸ ਦੇ ਜਾ ਕੇ ਖਿਲਾਫ ਕਰੋ, ਤੁਹਾਡੇ ਮਤਲਬ ਇੰਨਾ ਦਮ ਹੈਗਾ ਤੁਹਾਡੇ ਦੇ ਵਿੱਚ। ਇੱਥੇ ਤੁਸੀਂ ਹਸਪਤਾਲ ਦੇ ਵਿੱਚ, ਮੇਰਾ ਕਿਸੇ ਡਾਕਟਰ ਨਾਲ ਕੋਈ ਗਿਲਾ ਨਹੀਂ, ਉਹਨਾਂ ਦੇ ਸਟਾਫ ਨਾਲ ਕੋਈ ਗਿਲਾ ਨਹੀਂ। ਹਰ ਬੰਦਾ ਆਪਣੀ ਰੋਜੀ ਰੋਟੀ ਕਮਾਉਂਦਾ, ਉਹਦੇ ਕੋਲ ਨੌਕਰੀ ਕਰਦੇ ਨੇ। ਉਹਦੇ ਕਹਿਣ ਤੇ ਬਾਹਰ ਆ ਗਏ, 4 ਨਾਅਰੇ ਮਾਰ ਦਿੱਤੇ। ਮੈਂ ਫਿਰ ਕਹਿੰਦਾ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਕੋਈ ਵੀ ਬੰਦਾ ਚੋਰ ਕਵੇ, ਮੈਨੂੰ ਕੋਈ ਵੀ ਬੰਦਾ ਠੱਗ ਕਵੇ, ਜੇ ਮੈਂ ਕਿਸੇ ਨੂੰ ਠੱਗ ਚੋਰ ਕਹਿੰਦਾ ਤੇ ਮੈਂ ਪੇਪਰ ਲੈ ਕੇ ਆਉਣਾ, ਕੋਈ ਸਬੂਤ ਤੇ ਲਿਆਓ ਮੇਰੇ ਖਿਲਾਫ। ਕਿਸੇ ਬੰਦੇ ਨੂੰ ਕੋਈ ਮਤਲਬ ਧੀ ਪੁੱਤ ਦੀ ਸਹੁੰ ਜਾਂ ਉਹਦੇ ਕੋਲ ਕੋਈ ਸਬੂਤ ਤੇ ਫੜੋ ਵੀ ਕਦੀ ਮਨਦੀਪ ਸਿੰਘ ਮੰਨੇ ਨੂੰ ਪੈਸੇ ਦੇ ਕੇ ਆਇਆ। ਬਾਕੀ ਮੈਂ ਇੱਕ ਦੋਸ਼ ਇਹਨਾਂ ਮੇਰੇ ਤੇ ਇਹ ਵੀ ਲਾਇਆ ਕਿ ਮਨਦੀਪ ਸਿੰਘ ਮੰਨਾ ਦੇ ਮਦਰ ਇੱਥੇ ਦਾਖਲ ਸੀਗੇ, ਠੀਕ ਹੈ ਜੀ, ਮਦਰ ਉਹਨਾਂ ਦੇ ਦਾਖਲ ਸੀਗੇ ਤੇ ਉਹਨਾਂ ਵੀ ਪੈਸੇ ਜਿਹੜੇ ਉਦੋਂ ਘੱਟ ਬਣਾਏ ਸੀ ਉਹਨਾਂ ਦੇ। ਮੈਂ ਇਸ ਤੋਂ ਪਹਿਲਾਂ ਕਹਿ ਚੁੱਕਾ ਕਿ ਅਸੀਂ ਪੋਲੀਟੀਸ਼ੀਅਨ ਬਹੁਤ ਕਮੀਨੀ ਜਾਤ ਆ।
ਮਤਲਬ ਘਟੀਆ ਕਿਸਮ ਦੇ ਲੋਕ ਹੁੰਨੇ ਆ। ਮੇਰੇ ਮਦਰ ਇੱਥੇ ਚੰਗੇ ਭਲੇ ਆਏ ਸੀ, ਉਹਨਾਂ ਦੀ ਡੈਥ ਹੋ ਗਈ ਸੀ, ਮੈਂ ਕੋਈ ਕਿੰਤੂ ਪਰੰਤੂ ਤੇ ਨਹੀਂ ਕੀਤਾ ਸਵਾਲ ਦੇ ਉੱਤੇ। ਮੈਨੂੰ ਬੜੇ ਲੋਕਾਂ ਨੇ ਕਿਹਾ ਸੀਗਾ, ਮਤਲਬ ਇੱਕ ਰੱਬੀ ਹੈ, ਮੈਂ ਹੋ ਸਕਿਆ ਵੀ ਮੈਨੂੰ ਲੱਗਾ ਹੋਵੇ ਕਿ ਉਦੋਂ ਡਾਕਟਰਾਂ ਦੇ ਉੱਤੇ ਵਿਸ਼ਵਾਸ ਹੀ ਇੰਨਾ ਜ਼ਿਆਦਾ ਸੀਗਾ। ਹੋ ਸਕਦਾ ਤੁਸੀਂ ਮੇਰੇ ਮਦਰ ਦੇ ਪੈਸੇ ਆਪਣੇ ਆਪ ਹੀ ਘੱਟ ਬਣਾ ਦਿੱਤੇ ਹੋਣ। ਇੱਥੇ ਵਿੱਕੀ ਦੱਤਾ ਜਦੋਂ ਉਹਦੇ ਪਰਿਵਾਰ ਨਾਲ ਠੇਕਾ ਕੀਤਾ ਗਿਆ 4-4 ਲੱਖ ਰੁਪਏ ਦਾ, ਜਦੋਂ ਇਸ਼ੂ ਉੱਠਣ ਲੱਗਾ ਸੀਗਾ ਤੇ ਇਹਨੂੰ 50-50 ਹਜ਼ਾਰ ਦੇ ਬਿੱਲ ਦਿੱਤੇ ਗਏ ਨੇ, ਬਾਕੀ ਲੋਕਾਂ ਨੂੰ 50-50 ਹਜ਼ਾਰ ਦੇ ਬਿੱਲ ਕਿਉਂ ਨਹੀਂ ਦਿੱਤੇ ਗਏ? ਅਸੀਂ ਲੋਕ ਕਰਦੇ ਕੀ ਆ ਕਿ ਮੇਰੇ ਆਖੇ ਹਾਂਜੀ EMC ਤੋਂ ਪਵਨ ਜੀ ਆਹ ਬੰਦਾ ਮੇਰਾ, ਇਹਦਾ ਬਿੱਲ ਘੱਟ ਕਰ ਦਿਓ, ਉਹ ਕਰ ਦਿੰਦੇ ਨੇ। ਅਸੀਂ ਚੌਧਰੀ ਉਹਨੇ 'ਚ ਖੁਸ਼ ਹੋ ਜਾਂਦੇ ਆ ਕਿ ਇਹਦੇ ਬਦਲੇ ਇਹਨਾਂ ਸਾਰਾ ਸ਼ਹਿਰ ਇਹਨਾਂ ਕੋਲ ਲਟਾ ਦਿਆਂ। ਇਹਨਾਂ ਦੀ ਆਵਾਜ਼ ਨਾ ਬਣਾ ਕਿ ਤੁਸੀਂ ਜੇ ਮੈਨੂੰ 10-20-50 ਹਜ਼ਾਰ ਛੱਡ ਦਿੱਤਾ ਹੋਊਗਾ, ਮੈਂ ਇਹਨਾਂ ਨੂੰ ਕਹਿਣਾ ਮੈਨੂੰ ਨਹੀਂ ਪਤਾ ਤੁਸੀਂ ਮੈਨੂੰ ਪੈਸੇ ਛੱਡੇ ਕਿ ਨਹੀਂ ਛੱਡੇ, ਤੁਹਾਡੇ ਕਹਿਣ ਦੇ ਮੁਤਾਬਕ ਮੈਂ ਮੰਨ ਲੈਣਾ ਵਾਂ, ਪਰ ਜੇ ਤੁਹਾਨੂੰ ਲੱਗਦਾ ਮੈਂ ਕੋਈ ਪੈਸੇ ਤੁਹਾਡੇ ਦੇਣੇ ਨੇ ਤੇ ਮੈਨੂੰ ਦਿਓ। ਮੈਂ ਇੱਥੇ ਸੰਗਤ ਦੇ ਸਾਹਮਣੇ ਕਹਿੰਦਾ 2 ਲੱਖ 4 ਲੱਖ ਜਿੰਨਾ ਬਿੱਲ ਬਣਾ ਦਿਓ, ਮੈਂ ਇਹਨਾਂ ਨੂੰ 2 ਘੰਟਿਆਂ ਦੇ ਵਿੱਚ ਪਹੁੰਚਾਉਣ ਨੂੰ ਤਿਆਰ ਹਾਂ। ਸਿੰਘ ਜੀ ਲਾਸਟ ਉਹਨਾਂ ਨੇ ਕਿਹਾ ਕਿ ਮਨਦੀਪ ਸਿੰਘ ਸਿਆਸਤ 'ਚ ਆਉਣ ਦਾ ਕਾਰਨ ਕਰ ਰਹੇ ਆ, ਸਭ ਕੁਝ ਆਪਣੀ ਸਿਆਸਤ ਚਮਕਾ ਰਹੇ ਆ, ਆਉਣ ਵਾਲੇ ਸਮੇਂ ਦੇ ਵਿੱਚ ਲੀਡਰ ਬਣਨਾ ਚਾਹੁੰਦੇ ਆ, ਇਹ ਗੱਲ ਕਿੰਨਾ? ਮੈਂ ਸਿਆਸਤ ਚਮਕਾ ਨਹੀਂ ਜੀ ਰਿਹਾ, ਮੈਂ ਸਿਆਸਤ 'ਚ ਆਉਣ ਦੀ ਤਿਆਰੀ ਨਹੀਂ ਕਰ ਰਿਹਾ। ਮੈਂ ਸਿਆਸੀ ਹਾਂ, ਮੈਂ ਕੋਈ NGO ਨਹੀਂ ਚਲਾਉਂਦਾ, ਮੈਂ ਕੋਈ ਸਮਾਜ ਸੇਵਕ ਨਹੀਂ ਹਾਂ। ਮੈਂ ਲੋਕਾਂ ਦੀ ਆਵਾਜ਼ ਬਣਦਾ, ਲੋਕ ਮੈਨੂੰ ਪਸੰਦ ਕਰਦੇ ਨੇ ਤੇ ਮੈਂ ਹੋਰ ਜ਼ੋਰ ਸ਼ੋਰ ਨਾਲ ਮੁੱਦੇ ਚੁੱਕਦਾ ਵਾਂ। ਦੂਜੀ ਚੀਜ਼ ਇਹ ਕਹਿੰਦੇ ਨੇ ਆਪਣੀ TRP, ਕਿਹੜਾ ਬੰਦਾ ਆਪਣੀ TRP ਨਹੀਂ ਵਧਾਉਣੀ ਚਾਹੁੰਦਾ? ਤੁਸੀਂ ਨਹੀਂ ਚਾਹੁੰਦੇ ਤੁਹਾਡੇ ਵਿਊਅਰ ਵਧਣ, ਤੁਸੀਂ ਨਹੀਂ ਚਾਹੁੰਦੇ ਤੁਹਾਨੂੰ ਲੋਕ ਵੱਧ ਤੋਂ ਵੱਧ ਵੇਖਣ। ਇਹ ਡਾਕਟਰ ਆਪਣੀ ਐਡੀ ਐਡ ਦਿੰਦੇ ਨੇ ਅਖਬਾਰਾਂ ਦੇ ਵਿੱਚ, ਕਰੋੜਾਂ ਰੁਪਈਆ ਲੋਕਾਂ ਤੋਂ ਨਿਚੋੜ ਕੇ ਐਡ ਦਿੰਦੇ ਨੇ, ਇਹ ਨਹੀਂ ਚਾਹੁੰਦੇ ਸਾਡੀ TRP ਵਧੇ। ਤੇ ਜੇ ਮਨਦੀਪ ਸਿੰਘ ਮੰਨਾ ਚੰਗੇ ਕੰਮ ਨਾਲ ਆਪਣੀ TRP ਵਧਾ ਲੂਗਾ ਤੇ ਉਹ ਕੋਈ ਗੁਨਾਹਗਾਰ ਆ? ਮੈਂ ਲੋਕਾਂ ਦੇ ਚੰਗੇ ਕੰਮ ਕਰਕੇ ਹੀ ਕਰ ਰਿਹਾ ਕਿ ਇਸ ਤੋਂ ਬਾਅਦ ਜੇ ਮੈਂ ਪੋਸਟ ਪਾਉਣਾ ਕਦੀ ਮੇਰੇ ਥੱਲੇ ਤੁਸੀਂ ਐਡ ਚੱਲਦੀ ਵੇਖਦੇ ਹੋ ਵੀ ਜਿਹੜੀ ਮੈਂ ਲੋਕਾਂ ਕੋਲ ਕਮਾਈ ਕਰਨੀ ਸ਼ੁਰੂ ਕਰ ਦਿੰਦਾ ਵਾਂ। ਲੋਕਾਂ ਦੀ ਆਵਾਜ਼ ਆ, ਲੋਕਾਂ ਦੇ ਨਾਲ ਰਹੂੰਗਾ। ਦੂਜੀ ਚੀਜ਼ ਸਿਆਸਤ ਦੀ ਮੈਂ ਤੁਹਾਨੂੰ ਦੱਸਦਾ, ਸਿਆਸਤ ਨਾਲੋਂ ਇਹ ਲੋਕ ਮੈਨੂੰ ਜ਼ਿਆਦਾ ਪਹਿਲਾਂ ਨੇ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੋਲਦਾ, ਮੈਂ ਬਾਦਲਾਂ ਨੂੰ ਵੀ ਬੋਲਦਾ, ਮੈਂ ਆਮ ਆਦਮੀ ਪਾਰਟੀ ਨੂੰ ਵੀ ਬੋਲ ਦਿੰਦਾ, ਮੈਂ BJP ਨੂੰ ਵੀ ਬੋਲ ਦਿੰਦਾ। ਤੇ ਮਨਦੀਪ ਸਿੰਘ ਮੰਨੇ 'ਚ ਇੰਨੀ ਤਾਕਤ ਨਹੀਂ ਹੈਗੀ ਕਿ ਪੰਜਾਬ 'ਚ ਆਪਣੀ ਪਾਰਟੀ ਖੜੀ ਕਰ ਲੂਗਾ। ਫਿਰ ਮੈਨੂੰ ਵੀ ਇੰਨੀ ਸਮਝ ਹੈਗੀ ਆ ਕਿ ਮੈਨੂੰ ਇੱਕ ਬੰਦੇ ਨੂੰ ਤੇ ਖੁਸ਼ ਕਰਨਾ ਚਾਹੀਦਾ। ਮੈਨੂੰ ਕੋਈ ਵੀ ਧੱਕਾ ਕਰਦਾ, ਚਾਹੇ ਕਿਸੇ ਵੀ ਪਾਰਟੀ ਨਾਲ, ਮਨਦੀਪ ਸਿੰਘ ਮੰਨੇ ਨੇ ਨਾ ਗਰੇਜ ਕੀਤਾ, ਚਾਹੇ ਕਿਸੇ ਪਾਰਟੀ 'ਚ ਵੀ ਹੋਵੇ, ਉਦੋਂ ਵੀ ਗਰੇਜ ਨਹੀਂ ਕਰੂਗਾ। ਧੰਨਵਾਦ। ਇਹ ਸਨ ਮਨਦੀਪ ਸਿੰਘ ਮੰਨਾ ਤੇ ਆਪਾਂ ਉਹ ਪਰਿਵਾਰਾਂ ਨਾਲ ਵੀ ਗੱਲਬਾਤ ਕਰਾਂਗੇ। ਕੁਝ ਪਰਿਵਾਰਾਂ ਨਾਲ ਪਹਿਲਾਂ ਗੱਲਬਾਤ ਕੀਤੀ ਸੀ, ਹੁਣ ਵੀ ਸਾਡੇ ਨਾਲ ਜੁੜ ਚੁੱਕੇ ਆ। ਇਹ ਜੀ ਕੀ ਸ਼ੁਭਨਾਮਾ? ਮੇਰਾ ਨਾਮ ਵਿੱਕੀ ਦੱਤਾ ਜੀ। ਕੀ ਦੱਤਾ ਜੀ, ਤੁਹਾਡੇ ਨਾਲ ਕੀ ਘਟਨਾਕ੍ਰਮ ਹੋਇਆ? ਜੀ ਮੇਰੇ ਨਾਲ 10 ਤਰੀਕ ਨੂੰ 10/6 ਨੂੰ ਮੇਰੇ ਪਰਿਵਾਰਿਕ ਮੈਂਬਰ ਇੱਕ ਪੋਜ਼ਿਟਿਵ ਸੀ, ਮੈਂ ਹਸਪੀਟਲ ਦਾਖਲ ਕਰਵਾਇਆ। ਉਸ ਤੋਂ ਬਾਅਦ ਪਵਨ ਅਰੋੜਾ ਜੀ ਦੇ ਕਹਿਣ ਤੇ ਮੈਂ ਆਪਣੇ 4 ਪਰਿਵਾਰਿਕ ਮੈਂਬਰਾਂ ਦੇ ਹੋਰ ਟੈਸਟ ਕਰਵਾਏ, ਜਿਹਦੇ ਵਿੱਚ ਉਹਨਾਂ ਨੇ ਇੱਕ ਕਰਕੇ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਪੋਜ਼ਿਟਿਵ ਰਿਪੋਰਟਸ ਕਿੱਥੋਂ ਕਰਵਾਈਆਂ? ਰਿਪੋਰਟਸ ਅਸੀਂ EMC ਹਸਪੀਟਲ ਚੋਂ ਸੈਂਪਲ ਦਿੱਤੇ ਤੇ ਤੁਲੀ ਲੈਬਸ ਤੇ ਹੋਈਆਂ ਸੀ। ਉਹ ਪੋਜ਼ਿਟਿਵ ਸੀ ਜਾਂ ਨੈਗੇਟਿਵ ਨੂੰ ਪੋਜ਼ਿਟਿਵ ਕੀਤਾ ਗਿਆ? ਉਹ ਪੋਜ਼ਿਟਿਵ ਇਹਨਾਂ ਨੇ ਕਰਾਰ ਦਿੱਤੇ। ਅਗਲੇ ਦਿਨ ਅਸੀਂ ਜਿਹੜਾ ਵੈਰੀ ਨੈਕਸਟ ਡੇ ਸਵੇਰੇ ਜਦੋਂ ਟੈਸਟ ਕਰਵਾਇਆ ਤੇ ਉਹਦੇ ਵਿੱਚ ਸਾਰੇ ਪਰਿਵਾਰਿਕ ਮੈਂਬਰ ਨੈਗੇਟਿਵ ਆ ਗਏ, ਜਿਹੜੀ ਕਿ ਰਿਪੋਰਟ ਇਹਨਾਂ ਨੇ ਸਾਡੇ ਕੋਲ ਲੁਕਾ ਕੇ ਰੱਖੀ, ਸਾਨੂੰ ਦਿੱਤੀ ਨਹੀਂ। ਇਹ ਤੁਸੀਂ, ਮੈਂ ਮਾਫ ਕਰਨਾ ਇੱਕ ਸਵਾਲ ਆ ਕਿ ਤੁਸੀਂ ਪਹਿਲੋਂ ਹਸਪੀਟਲ ਪਹੁੰਚੇ, ਇਹਨਾਂ ਤੁਹਾਨੂੰ ਤੁਲੀ ਲੈਬ ਕੋ ਭੇਜਿਆ? ਜੀ ਇਹਨਾਂ ਨੇ ਸੈਂਪਲ ਇੱਥੇ ਆਪ ਲਏ ਨੇ ਤੇ ਇਹਨਾਂ ਨੇ ਸੈਂਪਲ ਲੈ ਕੇ ਤੁਲੀ ਲੈਬ ਤੇ ਭੇਜੇ। ਪਰ ਹਸਪੀਟਲ ਨੇ ਇਹੋ ਸਵਾਲ ਅਸੀਂ ਕੀਤਾ ਸੀ ਤੇ ਉਹਨਾਂ ਨੇ ਸਾਨੂੰ ਇੱਕ ਗੱਲ ਕੀਤੀ ਸੀ ਹਸਪੀਟਲ ਸਟਾਫ ਨੇ ਕਿ ਅਸੀਂ ਕਿਸੇ ਨੂੰ ਤੁਲੀ ਲੈਬ ਕੋ ਨਹੀਂ ਭੇਜਦੇ। ਵੇਖ ਸਕਦੇ ਆ ਪਰਿਵਾਰਕ ਮੈਂਬਰ ਆ ਉਹੀ ਦੱਸ ਰਹੇ ਆ ਕਿ ਜਦੋਂ ਉਹ ਹਸਪੀਟਲ ਪਹੁੰਚੇ ਤੇ ਇਹਨਾਂ ਦਾ ਸੈਂਪਲ ਲੈ ਕੇ ਤੁਲੀ ਲੈਬ ਕੋ ਭੇਜਿਆ ਗਿਆ। ਪਰ ਉਹ ਕਹਿ ਰਹੇ ਆ ਜਦੋਂ ਹਸਪੀਟਲ ਦੇ ਸਟਾਫ ਨਾਲ ਗੱਲ ਹੋਈ ਕਿ ਸਾਡੇ ਕੋਲੋਂ ਹੋ ਸਕਦਾ ਤੁਲੀ ਲੈਬ ਕੋ ਕੋਈ ਟੈਸਟ ਕਰਕੇ ਸਾਡੇ ਕੋਲ ਪਹੁੰਚਿਆ ਹੋਊਗਾ। ਇਹ ਹਸਪੀਟਲ ਮੈਂ ਤੁਹਾਡੀ ਕਲੀਅਰ ਕਰ ਦੇਣਾ ਚਾਹੁੰਦਾ ਵਾਂ ਕਿ ਤੁਲੀ ਲੈਬ ਦੇ ਬੰਦੇ ਵੀ ਨਹੀਂ ਆਉਂਦੇ ਟੈਸਟ ਕਰਨ। ਇਹਨਾਂ ਕੋ ਤੁਲੀ ਲੈਬ ਦੀਆਂ ਕਿੱਟਾਂ ਪਈਆਂ ਹੀ ਅੰਦਰ, ਜਿਹੜਾ ਬੰਦਾ ਆਂਦਾ ਆਪੇ ਕਿੱਟ ਕੱਢਦੇ, ਇਹਨਾਂ ਦਾ ਬੰਦਾ ਕਿੱਟ ਕੱਢਦਾ, ਉਹ ਟੈਸਟ ਕਰਦਾ, ਇਹ ਦੇ ਕੇ ਆਉਂਦੇ ਹੋ ਟੈਸਟ ਕਰਕੇ ਤੇ ਇਹ ਆਪਣੀ ਮਰਜ਼ੀ ਨਾਲ ਦੇ ਕੇ ਆਉਂਦੇ ਆ। ਕਪਲਾਈ ਸਾਰਾ ਕਹਿ ਸਕਦੇ ਆ, ਸਭ ਕੁਝ ਹੋ ਰਿਹਾ ਬਹੁਤ ਵੱਡਾ ਕਪਲਾ ਜੀ। 10 ਤਰੀਕ ਨੂੰ ਅਸੀਂ ਇਹਨਾਂ ਨੇ ਪੋਜ਼ਿਟਿਵ ਕੀਤਾ ਤੇ 8 ਘੰਟਿਆਂ ਬਾਅਦ ਅਸੀਂ ਰਿਪੋਰਟ ਕਰਾਉਂਦੇ ਪਏ, ਉਹ 'ਚ ਬੰਦੇ ਨੈਗੇਟਿਵ ਆ ਗਏ ਨੇ। ਮੈਨੂੰ ਦੱਸੋ ਇਹਨਾਂ ਕੋਲ 8 ਘੰਟਿਆਂ 'ਚ ਕਿਹੜਾ ਇਲਾਜ ਆ ਗਿਆ? ਜੇ ਇਹਨਾਂ ਕੋਲ ਇਲਾਜ ਆ ਗਿਆ ਤੇ ਇਹ ਸਰਕਾਰ ਨੂੰ ਦੇਣ। ਸਾਰਾ ਦੇਸ਼, ਸਾਰਾ ਦੁਨੀਆ ਸਾਰੀ ਇਲਾਜ ਨੂੰ ਤਰਸਦੀ ਪਈ ਹੈ ਤੇ ਜੇ ਇਹਨਾਂ ਕੋਲ ਕੋਈ ਬਹੁਤ ਵਧੀਆ ਇਲਾਜ ਹੈਗਾ ਤਾਂ ਇਹਨਾਂ ਨੂੰ ਦੇਣਾ ਚਾਹੀਦਾ। ਹੁਣ ਮੰਗ ਕੀ ਆ ਤੁਹਾਡੀ, ਪਰਿਵਾਰਾਂ ਦੀ ਕੀ ਮੰਗ? ਸਾਡੀ ਪਰਿਵਾਰਾਂ ਦੀ ਮੰਗ ਪਹਿਲੇ ਦਿਨ ਤੋਂ ਇਹੋ ਹੀ ਹੈ, ਇਹਨਾਂ ਦੇ ਉੱਤੇ ਪਰਚਾ ਹੋਇਆ ਹੈ, ਬੜੇ ਵੱਡੇ ਲੋਕ ਨੇ, ਪੈਸਿਆਂ ਦੇ ਝਾਂਸੇ 'ਚ ਆ ਗਏ, ਕਿਤੇ ਕੋਈ ਨਾ ਕੋਈ ਸਰਕਾਰ ਗਲਤ ਕਦਮ ਨਾ ਚੁੱਕ ਦੇਵੇ। ਤੇ ਸਰਕਾਰ ਦੇ ਅੱਗੇ ਸਾਡੀ ਮੰਗ ਹੈ ਕਿ ਇਹਨਾਂ ਦੀ ਗ੍ਰਿਫਤਾਰੀ ਜਲਦ ਤੋਂ ਜਲਦ ਕੀਤੀ ਜਾਵੇ। ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਮਨਦੀਪ ਸਿੰਘ ਮੰਗਣਾ ਵੀ ਅੱਜ 3 ਵਜੇ ਤੋਂ ਬਾਅਦ ਇੰਡੀਆ ਟਾਈਮ ਦਿੱਤਾ ਗਿਆ ਸੀ ਕਿ EMC ਹਸਪੀਟਲ ਦੇ ਬਾਹਰ ਆਵਾਜ਼ ਬੁਲੰਦ ਕੀਤੀ ਜਾਊਗੀ ਇਹਨਾਂ ਪਰਿਵਾਰਾਂ ਦੀ, ਪਰ ਉੱਥੋਂ ਪਹਿਲੋਂ ਹੀ ਹਸਪੀਟਲ ਦੇ ਵਿੱਚ ਇੱਕ ਵੱਡਾ ਇਕੱਠ ਹੁੰਦਾ, ਦੋਵੇਂ ਪਾਸਿਓਂ ਨਾਅਰੇਬਾਜ਼ੀ ਹੁੰਦੀ ਆ। ਇੱਕ ਪਾਸੇ ਹਸਪੀਟਲ ਦਾ ਸਟਾਫ ਸੀ ਤੇ ਦੂਜੇ ਪਾਸੇ ਪਰਿਵਾਰਕ ਮੈਂਬਰ ਤੇ ਮਨਦੀਪ ਸਿੰਘ ਮੰਨਾ ਦੇ ਨਾਲ ਸੀ। ਇਹਦੇ ਵਿੱਚ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ ਕਿ ਇਹਨਾਂ ਦੇ ਵਿੱਕੀ ਝੀਦਾ ਜੀ ਦੇ ਪਰਿਵਾਰਿਕ ਮੈਂਬਰ ਸੀ ਤੇ ਉਹਨਾਂ ਨੇ ਜਦੋਂ ਇਹਨਾਂ ਨੂੰ ਪਵਨ ਅਰੋੜਾ ਨੂੰ ਫੋਨ ਕੀਤਾ ਕਿ ਜੇ ਅਸੀਂ ਬੜੇ ਝਾੜੂ ਪੋਚਿਆਂ ਵਾਲੇ ਸਾਡੇ ਬੰਦੇ ਨੇ ਤੇ ਇਹਨਾਂ ਨੇ ਉਹਦੇ ਉੱਤੇ ਕਮੈਂਟ ਕੀਤਾ ਕਿ ਜੇ ਝਾੜੂ ਪੋਚਿਆਂ ਵਾਲੇ ਬੰਦੇ ਨੇ ਤੇ EMC ਕੀ ਕਰਨ ਆਏ ਨੇ? ਉਹਨਾਂ ਵਾਸਤੇ ਗੁਰੂ ਨਾਨਕ ਹਸਪਤਾਲ ਬਣਿਆ, ਗੁਰੂ ਨਾਨਕ ਹਸਪਤਾਲ 'ਚ ਜਾਣ। ਇਹ ਇਹਨਾਂ ਦੇ ਪਰਿਵਾਰ ਨੂੰ ਕਿਹਾ ਗਿਆ। ਇਹ ਕਰੋ ਜੀ ਗੱਲ।
ਹਾਂ ਬਿਲਕੁਲ ਜੀ, ਹਸਪੀਟਲ ਦੀ ਗੱਲ ਵੀਰ ਦੱਸ ਰਹੇ ਹੈਗੇ ਕਿ ਜਦੋਂ ਹਸਪੀਟਲ ਨਾਲ ਗੱਲਬਾਤ ਕੀਤੀ ਗਈ ਸੀ, ਆ ਜਾਓ ਜੀ ਅੱਗੇ ਆ ਜਾਓ, ਕਿ ਜਦੋਂ ਉਹਨਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਗੁਰੂ ਨਾਨਕ ਹਸਪੀਟਲ ਜਾਓ, ਇੱਥੇ ਕੇਵਲ ਉਹੀ ਆ ਸਕਦਾ ਜਿਹਦੇ ਕੋਲ ਪੈਸਾ, ਇਹੋ ਹੀ ਕਹਿ ਸਕਦੇ ਫਿਰ। ਜੀ ਇਹ ਸਾਡੇ ਕੋਲ ਰਿਕਾਰਡਿੰਗ ਹੈ ਜੀ, ਔਨ ਰਿਕਾਰਡ ਸਾਰਾ ਕੰਮ ਹੈ। ਜੇ ਤੁਸੀਂ ਕਹੋ ਤਾਂ ਅਸੀਂ ਤੁਹਾਨੂੰ ਦਿਖਾ ਵੀ ਦਿੰਨੇ ਆ। ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੀ ਜ਼ਿੰਮੇਵਾਰੀ ਚੁੱਕੀ ਸੀ 4 ਲੱਖ ਦੀ 5 ਲੱਖ ਦੀ, ਤੁਸੀਂ 4-5 ਲੱਖ 'ਚ ਇਹਨਾਂ ਦਾ ਇਲਾਜ ਕਰ ਦਿਓ। ਇਹਨਾਂ ਦਾ ਤੁਸੀਂ ਬਿੱਲ ਬਣਾਤਾ 19 ਲੱਖ ਰੁਪਈਆ, ਉਸ ਤੋਂ ਇਲਾਵਾ ਵੀ ਹੋਰ ਤੁਸੀਂ ਬਣਾਉਣ ਨੂੰ ਫਿਰਦੇ ਪਏ ਜੇ। ਇਹ ਝਾੜੂ ਪੋਚਿਆਂ ਵਾਲੇ ਬੰਦੇ ਨੇ 19 ਲੱਖ ਰੁਪਏ ਕਿੱਥੋਂ ਦੇ ਦੇਣਗੇ? ਕਿੰਨੇ ਮੈਂਬਰ ਸੀ? 3 ਮੈਂਬਰ। 3 ਮੈਂਬਰ ਦਾ 19 ਲੱਖ। ਹਾਂਜੀ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਉਸ ਚੀਜ਼ ਦਾ ਰੌਲਾ ਚੁੱਕਿਆ ਤੇ ਉਹਨਾਂ ਨੇ ਇਹਨਾਂ ਨੂੰ ਬੁਲਾ ਕੇ ਹਸਪਤਾਲ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਉਹਨਾਂ ਕੋਲ ਬਣਵਾਈ ਕਿ ਤੁਸੀਂ ਕਹੋ ਹਸਪਤਾਲ ਬਹੁਤ ਵਧੀਆ ਕੰਮ ਕਰ ਰਿਹਾ ਤੇ ਵਿੱਕੀ ਦੱਤਾ ਤੇ ਮਨਦੀਪ ਸਿੰਘ ਮੰਨਾ ਸਾਨੂੰ ਬਰਗਲਾ ਰਿਹਾ ਇਸ ਕੇਸ ਦੇ ਵਿੱਚ। ਉਹਨੇ ਕਿਹਾ ਮੈਂ ਉਹਨਾਂ ਦੇ ਖਿਲਾਫ ਨਹੀਂ ਬੋਲਣਾ, ਮੈਂ ਤੁਹਾਡੇ ਹਸਪਤਾਲ ਦੇ ਹੱਕ 'ਚ ਬੋਲ ਦਿੰਦਾ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਇੱਕ ਧੱਕੇ ਨਾਲ ਉਹਦਾ ਜਿਹੜਾ ਬ੍ਰਦਰ ਸੀ ਉੱਥੇ ਦਾਖਲ ਸੀ ਅਜੇ, ਤੇ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਕਹਿ ਕੇ ਕਿ ਤੁਹਾਡਾ ਬਿੱਲ ਨਹੀਂ ਤੁਹਾਡੇ ਕੋਲ ਲਵਾਂਗੇ। ਤੇ ਉਹਨਾਂ ਨੇ ਇੱਕ 10 ਸੈਕਿੰਡ ਦੀ 15 ਸੈਕਿੰਡ ਦੀ ਵੀਡੀਓ ਵੀ ਬਣਾਈ। ਹਾਂਜੀ। ਤੇ ਉਹਦੇ ਵਿੱਚ ਜਦੋਂ ਵੀਡੀਓ ਬਣਾਉਣ ਤੋਂ ਬਾਅਦ ਉਹਦੇ ਬ੍ਰਦਰ ਨੂੰ ਵੀ ਬਾਹਰ ਕੱਢਤਾ ਜਿਨ੍ਹਾਂ ਦੀ ਅੱਜ ਡੈਥ ਹੋ ਗਈ ਹੈ। ਤੇ 19 ਲੱਖ ਰੁਪਈਆ ਬਿੱਲ ਬਣਾਇਆ। ਜਦੋਂ ਚੀਦਾ ਜੀ ਨੇ ਉਹਨਾਂ ਨੂੰ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਨੂੰ ਗਰੰਟੀ 4-5 ਲੱਖ ਦੀ ਚੁੱਕੀ ਸੀ, ਤੁਸੀਂ ਇੰਨੇ ਪੈਸੇ ਬਣਾਤੇ, ਝਾੜੂ ਪੋਚੇ ਵਾਲੇ ਬੰਦੇ ਕਰ ਸਕਦੇ ਆਪਾਂ ਥੋੜਾ ਵੀਰ ਜੀ ਅੱਗੇ ਆ ਜਾਓ। ਤੁਹਾਡੀ ਗੱਲਬਾਤ ਹੋਈ ਸੀ ਹਸਪੀਟਲ ਦੇ ਨਾਲ? ਹਾਂਜੀ, ਮੇਰੀ ਭੂਆ ਜੀ ਦਾ ਬੇਟਾ, ਮੇਰੇ ਫੁੱਫੜ ਜੀ, ਭੂਆ ਜੀ, ਤਿੰਨੇ ਜਣੇ ਦਾਖਲ ਸੀ ਹਸਪੀਟਲ ਦੇ ਵਿੱਚ। ਤੇ ਮੈਂ ਇਹਨਾਂ ਨੂੰ ਫੋਨ ਕੀਤਾ ਜਿਸ ਤੋਂ ਇਹਨਾਂ ਨੂੰ ਕਰੋਨਾ ਪੋਜ਼ਿਟਿਵ ਦੀ ਰਿਪੋਰਟ ਆਈ, ਪਹਿਲੇ ਦਿਨ 29 ਮਈ ਦੀ ਗੱਲ ਹੈ। ਤੇ ਮੈਂ ਇਹਨਾਂ ਨੂੰ ਫੋਨ ਕੀਤਾ ਕਿ ਡਾਕਟਰ ਸਾਹਿਬ ਇੱਦਾਂ ਮੈਂ ਬੋਲ ਰਿਹਾ ਤੇ ਇੱਦਾਂ ਦਾਖਲ ਆ। ਉਹ ਇੱਦਾਂ ਕਿ ਜਿੱਦਾਂ ਨੇ ਇਹਨੂੰ ਕਹਿੰਦੇ ਆ ਕਿ ਚਾਹ ਹੀ ਚੜ੍ਹ ਗਿਆ ਕਿ ਮੇਰਾ ਫੋਨ ਆ ਗਿਆ ਇਹਨੂੰ। ਇਹਦਾ ਬਾਰ-ਬਾਰ ਮੈਨੂੰ ਫੋਨ ਆਈ ਜਾਵੇ ਪਵਨ ਜੀ ਦਾ ਕਿ ਹਾਂ ਚੀਦਾ ਜੀ ਕਿੱਥੇ ਰਹਿ ਗਏ ਪੇਸ਼ੈਂਟ, ਕਿੱਥੇ ਰਹਿ ਗਏ ਪੇਸ਼ੈਂਟ। ਮੈਂ ਕਿਹਾ ਜੀ ਆ ਗਿਆ। ਜਦੋਂ ਉਹਨਾਂ ਨੇ ਪੇਸ਼ੈਂਟ ਨੂੰ ਵੇਖਿਆ ਤੇ ਕਿਹਾ ਕਿ ਇਹ ਵੀ ਗੱਲ ਔਨ ਰਿਕਾਰਡ ਹੈਗੀ ਹੈ। ਜਦੋਂ ਉਹਨਾਂ ਨੇ ਪੇਸ਼ੈਂਟ ਨੂੰ ਵੇਖਿਆ ਕਹਿੰਦੇ ਜੀ ਇਹਨਾਂ ਦੇ ਪੈਸੇ ਧੇਲੇ ਕੋ ਕੀ। ਮੈਂ ਕਿਹਾ ਜੀ ਇਹਨਾਂ ਦਾ ਕੋਈ ਗੱਲ ਨਹੀਂ, ਮੈਂ ਬੈਠਾ 4-5 ਲੱਖ ਦੇਵਾਂਗਾ ਤੁਹਾਨੂੰ, ਕੋਈ ਚੱਕਰ ਨਹੀਂ ਗਾ, ਤੁਹਾਨੂੰ ਬਹੁਤੀ ਗੱਲ ਹੀ ਹੈ ਤੇ ਮੇਰੀ ਤੁਸੀਂ ਫੋਰਚੂਨਰ ਗੱਡੀ ਰੱਖ ਲਓ ਆਪਣੇ ਕੋਲ ਭਰਾ, ਹੋਰ ਮੈਂ ਤੁਹਾਨੂੰ ਕੀ ਕਰ ਸਕਦਾ, ਇੰਨੀ ਗਰੰਟੀ। ਕਹਿੰਦੇ ਚਲੋ ਠੀਕ ਆ ਜੀ। ਮੈਨੂੰ ਚਲੋ ਯਾਰ ਵੱਡੀ ਤੋਂ ਵੱਡੀ ਜੇ ਕੋਈ ਬਾਈਪਾਸ ਆਪਰੇਸ਼ਨ ਵੀ ਹੋਏ ਵੇ, ਕਿਸੇ ਦੀ ਕਿਡਨੀ ਵੀ ਪੈ ਜਾਵੇ, ਉਹ ਵੀ 3-4 ਲੱਖ ਰੁਪਏ ਹੋ ਜਾਂਦੀ ਹੈ। ਇਹਦੀ ਤਾਂ ਕੋਈ ਦਵਾਈ ਨਹੀਂ ਆਈ ਤੇ ਇਹਦਾ ਕਿਤੇ ਕਿੰਨਾ ਕੁ ਪੈਸੇ ਲੱਗ ਜਾਊਗਾ? 50,000, ਲੱਖ, 2 ਲੱਖ, 3 ਲੱਖ, ਹਰ ਇੱਕ 3 ਮੈਂਬਰ ਨੇ 3 ਲੱਖ ਰੁਪਏ ਲੱਗ ਜਾਏਗਾ, ਜਾਂ ਵੱਧ ਤੋਂ ਵੱਧ 1.5 ਲੱਖ ਰੁਪਏ। ਪਰ ਮੈਂ ਲੱਖ ਰੁਪਏ ਸੋਚਿਆ ਸੀ। ਜਦੋਂ ਪਤਾ ਚੱਲਿਆ ਕਿ ਇਹਨੇ ਹਫ਼ਤੇ ਬਾਅਦ ਹੀ ਇਹਨੇ ਬਿੱਲ ਬਣਾ ਦਿੱਤਾ 19 ਲੱਖ ਰੁਪਈਆ, ਤੇ ਸਾਡੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਇਹਨੂੰ ਕਿਹਾ ਕਿ ਆਪਾਂ ਕਿ ਤੂੰ ਸਾਡੇ ਖਿਲਾਫ, ਆਪਾਂ ਕਿੱਥੋਂ ਝਾੜੂ ਪੋਚੇ ਵਾਲੇ ਬੰਦੇ ਹੈਗੇ ਨੇ, ਕਿੱਥੋਂ ਤੈਨੂੰ ਪੈਸੇ ਦੇਣਗੇ ਇੰਨੇ ਬੜੇ ਪੈਸੇ ਦੇਣੇ। ਅੱਗੇ ਉਹ ਕਿਹਾ, ਇਹਨੂੰ ਕੋਈ ਸ਼ਰਮ ਨਹੀਂ ਆਈ ਕਹਿੰਦੇ ਹੋਏ, ਕਹਿੰਦੇ ਕਿ ਤੁਹਾਡੇ ਲੋਕਾਂ ਵਾਸਤੇ ਫਿਰ ਉਹ ਬਣਿਆ ਗੁਰੂ ਨਾਨਕ ਦੇ ਹਸਪੀਟਲ, ਉੱਥੇ ਤੁਸੀਂ ਜਾ ਕੇ ਭਰਤੀ ਹੋਵੋ। ਲੇਕਿਨ ਆਪਾਂ ਉਸ ਟਾਈਮ ਕੀ ਕਰਦੇ, ਕਿਉਂਕਿ ਇਹਨਾਂ ਦਾ ਦੋਵੇਂ ਮੇਰੇ ਭੂਆ ਜੀ ਤੇ ਫੁੱਫੜ ਜੀ ਉਹਨਾਂ ਦੀ ਛੁੱਟੀ ਹੋ ਚੁੱਕੀ ਸੀ। ਲੇਕਿਨ ਜਿਹੜਾ ਮੁੰਡਾ ਸੀ ਉਹਨਾਂ ਦਾ ਇਲਾਜ, ਜਿਹੜੇ ਇਲਾਜ ਦੇ ਵਿੱਚ ਸੀ, ਇੱਥੇ ਦਾਖਲ ਸੀ। ਉਹ ਕਹਿੰਦੇ ਕਿ ਆਪਾਂ ਇਹਨੂੰ ਵੀ ਤੁਸੀਂ ਇੱਥੋਂ ਲੈ ਜਾਓ ਜੇ ਤੁਸੀਂ ਨਹੀਂ ਪੈਸੇ ਦੇ ਸਕਦੇ। ਫਿਰ ਅਸੀਂ ਇਹਨਾਂ ਦੇ ਕੋਲ, ਇਹਨੇ ਦਫ਼ਤਰ ਮਿਲਣ ਵਾਸਤੇ ਸਾਨੂੰ ਬੁਲਾਇਆ। ਕਹਿੰਦਾ ਕਿ ਹਾਂਜੀ ਤੁਸੀਂ ਕੀ ਚਾਹੁੰਦੇ ਹੈਗੇ ਡਾਕਟਰ ਸਾਹਿਬ, ਇਹਦਾ ਇਲਾਜ ਕਰੋ ਜੀ। ਤੁਸੀਂ ਕੀ ਕਹਿੰਦੇ ਜੀ ਮੰਨਾ ਜੀ ਦੇ ਖਿਲਾਫ, ਦਿੱਤਾ ਜੀ ਦੇ ਖਿਲਾਫ ਤੁਸੀਂ ਵੀਡੀਓ ਬਣਾਓਗੇ, ਬੜਾ ਸਾਡੇ ਖਿਲਾਫ ਬੋਲਦੇ ਪਏ ਨੇ। ਆਪਾਂ ਕਹਿੰਦੇ ਨਹੀਂ ਜੀ, ਉਹ ਵੀ ਸਾਡੇ ਮਿੱਤਰ ਨੇ, ਅਸੀਂ ਨਹੀਂ ਕਿਸੇ ਦੇ ਖਿਲਾਫ, ਨਾ ਹੀ ਕਿਸੇ ਨੂੰ ਚੰਗਾ ਕਹਿਣਾ ਨਾ ਮਾੜਾ ਕਹਿਣਾ, ਸਭ ਵਧੀਆ ਠੀਕ ਆ ਜੋ ਵੀ ਹੈ। ਕਹਿੰਦਾ ਸਾਡੇ ਖਿਲਾਫ ਤੁਸੀਂ ਵੀਡੀਓ ਬਣਾ ਦਿਓ, ਜਿਹੜੀ ਕਿ ਇਹਨਾਂ ਨੇ ਸ਼ਾਇਦ ਮਾਨਯੋਗ SSP ਸਾਹਿਬ ਨੂੰ ਵੀ ਦਿੱਤੀ ਵੀਡੀਓ, ਜਿਹਦੇ ਵਿੱਚ ਅਸੀਂ, ਮੇਰੀ ਭੂਆ ਜੀ ਦੇ ਬੇਟੇ ਨੇ ਕਿਹਾ ਇਹਨੂੰ ਕਿ ਤੁਹਾਡਾ ਹਸਪੀਟਲ ਬਹੁਤ ਵਧੀਆ ਤੇ ਬਹੁਤ ਵਧੀਆ ਤੁਹਾਡਾ ਕੰਮ ਕਰਦਾ ਪਿਆ ਵਾ। ਉਹ ਵੀ ਇਹਨੇ ਦਬਾਅ ਹੇਠ ਕਿਤਾਬ ਪਿਆ ਸੀ ਤੇਰੇ ਭਰਾ ਨੂੰ ਉੱਥੋਂ ਕੱਢ ਦੇਣਾ ਵਾ। ਲੇਕਿਨ ਉਸ ਤੋਂ ਬਾਅਦ ਜਦੋਂ ਇਹਨਾਂ ਦੇ ਹਸਪੀਟਲ ਦੇ ਪਰਚਾ ਹੋ ਗਿਆ, ਤੇ ਉਹ ਪਰਚਾ ਹੋ ਗਿਆ, ਇੱਥੇ ਕੋਈ ਡਾਕਟਰ ਨਹੀਂ ਵੇਖਣ ਵਾਲਾ, ਦੇਖਭਾਲ ਕਰਨ ਵਾਲਾ ਰਿਹਾ। ਤੇ ਉਹ ਜਦੋਂ ਅਸੀਂ ਦੂਸਰੇ ਮੈਡੀਕੇਡ ਹਸਪੀਟਲ ਦੇ ਵਿੱਚ ਉਹਨੂੰ ਐਡਮਿਟ ਕਰਾਇਆ, ਤੇ ਉੱਥੇ ਜਾ ਕੇ ਉਹਦੀ ਡੈਥ ਹੋ ਗਈ। ਉਸ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਇਹਨਾਂ ਨੇ ਇੱਥੇ ਬਿੱਲ ਬਣਾਉਣ ਵਾਸਤੇ ਹੀ ਉਹਨੂੰ ਵੈਂਟੀਲੇਟਰ ਤੇ ਰੱਖਿਆ ਅਸੀਂ, ਤਾਂ ਜੋ ਬਿੱਲ ਵੱਧ ਤੋਂ ਵੱਧ ਬਣੀ ਜਾਵੇ ਤੇ ਮੈਂ ਇਹਨਾਂ ਨੂੰ ਠੱਗੀ ਮਾਰੀ ਜਾਵਾਂ ਤੇ ਆਪਣਾ ਹਸਪਤਾਲ ਹੋਰ ਵੱਡੇ ਕਰੀ ਜਾਵਾਂ, ਆਪਣੀ ਪ੍ਰਾਪਰਟੀਆਂ ਜਾਇਦਾਦਾਂ ਵਧਾਈ ਜਾਵਾਂ। ਲੇਕਿਨ ਕਹਿੰਦੇ ਰੱਬ ਦੀ ਮਾਰ ਬੜੀ ਮਾੜੀ ਹੁੰਦੀ ਹੈ, ਉਹੀ ਇਹਨਾਂ ਨੂੰ ਵੱਜੀ ਹੈ। ਤੇ ਮੇਰੀ ਤੁਹਾਡੇ ਚੈਨਲ ਰਾਹੀਂ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ, ਸਰਕਾਰ ਨੂੰ, ਕੈਪਟਨ ਸਾਹਿਬ ਨੂੰ, ਕਿ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤੇ ਇਹਨਾਂ ਦੇ ਪਰਚਾ ਕੀਤਾ ਜਾਵੇ SC ST ਐਕਟ ਦੇ ਅੰਡਰ ਵੀ। EMC ਹਸਪੀਟਲ ਤੇ ਤੁਲੀ ਲੈਬ ਦੀ ਘਟਨਾ ਬਾਰੇ ਸਾਰੀ ਦੁਨੀਆ ਹੀ ਜਾਣਦੀ ਆ। ਜੇ ਅੰਮ੍ਰਿਤਸਰ ਦੀ ਗੱਲ ਕਰੀਏ, ਅੰਮ੍ਰਿਤਸਰ ਦੇ ਵਿੱਚ ਇਸ ਟਾਈਮ ਜਗ੍ਹਾ 'ਤੇ ਖੜੇ ਹੈਗੇ ਆ EMC ਹਸਪੀਟਲ ਦੀਆਂ। ਪਿੱਛੇ ਤਸਵੀਰਾਂ ਵੇਖ ਸਕਦੇ ਆ EMC ਹਸਪੀਟਲ ਦੇ ਬਾਹਰ, ਜਿਹੜਾ ਕਿ ਮਨਦੀਪ ਸਿੰਘ ਮੰਨਾ ਵੱਲੋਂ ਇੱਕ 3 ਵਜੇ ਦਾ ਦੁਪਹਿਰ ਦਾ ਟਾਈਮ ਦਿੱਤਾ ਗਿਆ ਸੀ ਕਿ ਉੱਥੇ ਇਸ ਦੇ ਬਾਹਰ ਆਣ ਕੇ ਉਹ ਜ਼ਰੂਰ ਪ੍ਰਸ਼ਾਸਨ ਨੂੰ ਪੁੱਛਣਗੇ ਕਿ ਇਹ 'ਤੇ ਕੁਝ ਦਿਨ ਪਹਿਲੋਂ ਜਿਹੜਾ ਪਰਚਾ ਦਰਜ ਹੋਇਆ ਸੀ ਉਹ ਪਰਚੇ 'ਤੇ ਕੀ ਕਾਰਵਾਈ ਕੀਤੀ ਗਈ ਆ। ਪਰ ਉਹ ਤੋਂ ਪਹਿਲਾਂ ਹੀ ਹਸਪੀਟਲ ਦਾ ਸਟਾਫ ਬਾਹਰ ਆ ਕੇ ਇੱਕ ਵੱਡੀ ਨਾਅਰੇਬਾਜ਼ੀ ਕਰਦਾ। ਇੱਕ ਪਾਸੇ ਮਨਦੀਪ ਸਿੰਘ ਮੰਨਾ ਅਤੇ ਉਸ ਦੇ ਸਾਥੀ, ਤੇ ਦੂਜੇ ਪਾਸੇ ਹਸਪੀਟਲ ਦਾ ਜਿਹੜਾ ਕਿ ਸਟਾਫ ਸੀ, ਲਗਭਗ ਤਣਾਅ ਬਣ ਚੁੱਕਾ ਸੀ ਦੋਵੇਂ ਪਾਸੇ ਹੀ। ਪਰ ਪੰਜਾਬ ਪੁਲਿਸ
ਵਿਚਕਾਏ ਸੀ। ਦੋਵੇਂ ਪਾਸੇ ਪ੍ਰਸ਼ਾਸਨ ਵੱਲੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਹਸਪੀਟਲ ਦੇ ਸਟਾਫ ਨੂੰ ਇੱਕ ਪਾਸੇ ਰੋਕਿਆ ਗਿਆ ਸੀ, ਦੂਜੇ ਪਾਸੇ ਮਨਦੀਪ ਸਿੰਘ ਮੰਨਾ ਰੋਕਿਆ ਗਿਆ ਸੀ। ਆਪਾਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀ, ਮਨਦੀਪ ਸਿੰਘ ਮੰਨਾ ਨਾਲ ਵੀ ਗੱਲਬਾਤ ਕੀਤੀ ਹੈ ਤੇ ਹੁਣ ਉਹ ਜਿਹੜੇ ਪਰਿਵਾਰ ਹੈਗੇ ਆ ਜਿਨ੍ਹਾਂ ਦੇ ਨਾਲ ਇਹ ਘਟਨਾਵਾਂ ਵਾਪਰੀਆਂ ਉਹਨਾਂ ਨਾਲ ਗੱਲਬਾਤ ਕਰਦੇ ਆ। ਪਹਿਲਾਂ ਸਾਡੇ ਨਾਲ ਵੀਰ ਹੈਗੇ ਆ, ਉਹਨਾਂ ਨੂੰ ਪੁੱਛਦੇ ਕੀ ਸ਼ੁਭ ਨਾਮ ਤੁਹਾਡਾ? ਮੇਰਾ ਨਾਮ ਸਮੀਰ ਵਾਹੀ। ਕੀ ਘਟਨਾ ਵਾਪਰੀ ਆ ਤੁਹਾਡੇ ਨਾਲ? ਸਾਡੇ ਨਾਲ ਘਟਨਾ ਜੋ ਲੋਕਾਂ ਨਾਲ ਹੋਇਆ ਉਹ ਸਭ ਸਾਡੇ ਨਾਲ ਹੋਇਆ। ਸਾਡਾ ਇਹਨਾਂ ਨੇ ਟੈਸਟ ਕਰਕੇ ਤੁਲੀ ਲੈਬ ਨੇ ਸਾਡੇ ਮੱਥੇ ਤੇ ਲਿਖਦਾ ਅਸੀਂ ਕਰੋਨਾ ਪੋਜ਼ਿਟਿਵ ਹੈਗੇ ਆ। ਸਾਨੂੰ ਤੁਲੀ ਲੈਬ ਇਹ ਜਵਾਬ ਦੇਵੇ ਕਿ ਸਾਡੇ ਨਾਲ ਜੋ ਵਾਪਰਿਆ ਸਾਡਾ ਕਸੂਰ ਕੀ ਸੀ। ਜੇ ਇਹਨਾਂ ਨੂੰ ਪੈਸੇ ਚਾਹੀਦੇ ਸੀ ਮੈਂ ਇਹਨਾਂ ਨੂੰ ਮੈਡੀਕਲੇਮ ਕਾਰਡ ਦਿੱਤਾ। ਮੇਰਾ ਮਾਈ ਸੈਲਫ ਸਮੀਰ ਵਾਹੀ, ਆਈ ਐਮ ਐਡਵਾਈਜ਼ਰ ਆਫ ਸਟਾਰ ਹੈਲਥ ਇੰਸ਼ੋਰੈਂਸ। ਮੇਰੀ ਬ੍ਰਾਂਚ ਦਾ ਕਰ ਪਤਾ, ਰਣਜੀਤ ਐਵਨ ਅੰਮ੍ਰਿਤਸਰ ਸਾਰੀ ਬ੍ਰਾਂਚ ਨੂੰ ਪਤਾ ਮੇਰੇ ਨਾਲ ਕੀ ਹੋਇਆ। ਇਹ ਸਾਨੂੰ ਸ਼ੁਦਾਈ ਬਣਾਉਂਦੇ, ਜਿਨ੍ਹਾਂ ਨੂੰ ਪੈਸੇ ਚਾਹੀਦੇ ਮੈਂ ਇਹਨਾਂ ਨੂੰ ਮੈਡੀਕਲੇਮ ਦਾ ਕਾਰਡ ਦਿੱਤਾ। ਇਹ ਕ੍ਰੈਡਿਟ ਕਰ ਲੈਂਦਾ ਜਿੰਨੇ ਪੈਸੇ ਕਰਨੇ ਸੀ। ਇਹਨੇ ਮੇਰੇ ਪਰਿਵਾਰ ਨੇ ਸਾਰਾ ਹਰਾਸਮੈਂਟ ਕੀਤੀ ਆ। ਅਸੀਂ ਇਹਨਾਂ ਨੂੰ ਛੱਡ ਤੁਹਾਨੂੰ ਕਿਹਾ ਗਿਆ ਕਿ ਮੇਰੇ ਘਰ ਦੇ 10 ਮੈਂਬਰ ਸੀ, ਅਸੀਂ ਇਹਨਾਂ ਕੋਲ 4 ਟੈਸਟ ਕਰਾਏ ਜਿਹਦੇ ਵਿੱਚ ਉਹਨਾਂ ਨੇ 3 ਬੰਦੇ ਸਾਡੇ ਪੋਜ਼ਿਟਿਵ ਕੱਢੇ। ਅਸੀਂ 7 ਤਰੀਕ ਦੇ ਇੱਥੇ ਐਡਮਿਟ ਆ। ਮੇਰੇ ਕੋਲ ਸਾਰੀਆਂ ਫਾਈਲਾਂ ਗੱਡੀ 'ਚ A to Z ਡਾਕੂਮੈਂਟ ਕੰਪਲੀਟ ਹੈਗੇ ਆ। ਤੁਲੀ ਲੈਬ ਤੋਂ ਤੁਸੀਂ ਬਾਅਦ ਚ ਇੱਥੇ ਕੀਤਾ? ਕਰਾਇਆ, ਉਹਨੇ ਰეკਮੈਂਡ ਕੀਤਾ ਸਾਨੂੰ ਤੁਸੀਂ EMC ਚੱਲ ਜਾਓ। ਉਹਨੇ ਕਿਹਾ ਸਾਡੇ ਕੋਲ 2 ਆਪਸ਼ਨ ਹੈਗੀਆਂ, ਜਾਂ ਤੁਸੀਂ ਸਕਾਟ ਚੱਲ ਜਾਓ ਜਾਂ EMC। ਮੈਂ ਕਿਹਾ ਸਾਡੇ ਕੋਲ ਮੈਡੀਕਲੇਮ ਦਾ ਕਾਰਡ ਹੈਗਾ ਕਿਉਂਕਿ ਮੈਂ ਖੁਦ ਐਡਵਾਈਜ਼ਰ ਹਾਂ, ਮੈਨੂੰ ਤਾਂ ਸਾਰੀ ਨੌਲੇਜ ਆ। ਮੈਂ ਕਿਹਾ ਮੈਨੂੰ ਤਾਂ ਕਾਰਡ ਹੈਗਾ, ਜਿੱਧਰ ਮਰਜ਼ੀ ਚੱਲ ਜਾਵਾਂ। ਇਹ ਕਹਿੰਦਾ ਤੁਹਾਨੂੰ ਕਿਤੇ ਗ੍ਰੀਨ ਐਵਨਿਊ ਤੁਹਾਡੇ ਕੋਲ ਪਏਗਾ, ਤੁਸੀਂ ਇੱਥੇ ਆਈਓ। ਅਸੀਂ ਇਹਨਾਂ ਦੇ ਵਿਸ਼ਵਾਸ ਤੇ ਅਸੀਂ ਘਰੋਂ ਜਦੋਂ ਆਏ ਸੀ ਅਸੀਂ ਸਮਝ ਗਏ ਕਿ ਡਾਕਟਰ ਰੱਬ ਦਾ ਰੂਪ ਹੈ। ਸਰ ਸਾਨੂੰ ਥੋੜ੍ਹੀ ਪਤਾ ਕਿ ਸਾਡੇ ਨਾਲ ਇਹ ਕੁਝ ਹੋਣ ਡਿਆ। ਜਦੋਂ ਮੈਂ ਜਦੋਂ ਮੈਂ ਆਪਣਾ ਮੈਡੀਕਲੇਮ ਦਾ ਕਾਰਡ ਦੇ ਦਿੱਤਾ, ਮੇਰੀ ਪਾਲਿਸੀ ਸੀ 4 ਲੱਖ ਰੁਪਏ ਦੀ, ਮੇਰੇ ਬ੍ਰਦਰ ਦੀ ਪਾਲਿਸੀ ਸੀ 4 ਲੱਖ ਰੁਪਏ ਦੀ, ਮੇਰੇ ਫਾਦਰ ਦੀ ਪਾਲਿਸੀ 2 ਲੱਖ ਰੁਪਏ ਦੀ। ਮੇਰੇ ਕੋਲ ਬਿੱਲ ਸੀ ਤੁਹਾਡਾ ਫਿਰ ਹਸਪਤਾਲ? ਸਾਡਾ ਬਿੱਲ ਇਹਨਾਂ ਨੇ ਬਣਾਇਆ 6 ਲੱਖ, ਸਾਡਾ ਟੋਟਲ ਲੱਗਾ 6,25,000 ਰੁਪਈਆ, ਜਿਹਦੇ ਵਿੱਚ 6,05,000 ਰੁਪਏ ਦੇ ਮੇਰੇ ਕੋਲ ਬਿੱਲ ਗੱਡੀ 'ਚ ਪਏ ਆ ਔਰ 20,000 ਰੁਪਏ ਦੇ ਸਾਡੇ ਟੈਸਟ ਹੋਏ ਆ। ਕਰੋਨਾ ਹੈਗਾ ਸੀ ਕਿ ਨਹੀਂ ਸੀ? ਕੋਈ ਕਰੋਨਾ ਨਹੀਂ ਸੀ। ਮੇਰੇ ਘਰ ਦੇ ਜਿਹੜੇ 6 ਮੈਂਬਰ ਨਾਲ ਲੱਗੇ ਸੀ, 6ਾਂ ਦੇ ਟੈਸਟ ਸਰਕਾਰੀ 'ਚੋਂ ਕਰਾਇਆ, ਇੱਕ ਬੰਦਾ ਵੀ ਪੋਜ਼ਿਟਿਵ ਨਹੀਂ ਨਿਕਲਿਆ। ਸਾਰਾ ਮੇਰਾ ਮਹੱਲਾ ਗਵਾਹ ਹੈ, ਸਾਰਾ ਸ਼ਹਿਰ ਇੱਥੇ ਖੜਾ ਵਾ। ਤੁਲੀ ਲੈਬ ਤੇ ਜੋ ਕਾਰਵਾਈ ਹੋਈ ਆ, ਤੁਹਾਨੂੰ ਕੀ ਲੱਗਦਾ ਕਿ ਲਾਇਸੈਂਸ ਰੱਦ ਹੋ ਚੁੱਕਾ ਵਾ? ਦੂਜੇ ਪਾਸੇ ਇਸ ਟਾਈਮ EMC ਹਸਪਤਾਲ ਦੇ ਸਾਹਮਣੇ ਖਲੋਤੇ ਆ, ਦੋਵੇਂ ਪਾਸੇ ਦਾ ਤਕਰਾਰ ਤੁਸੀਂ ਵੇਖ ਹੀ ਰਹੇ ਹੋ। ਇੱਕ ਪਾਸੇ ਸਟਾਫ ਆਣ ਕੇ ਵੀ ਬਾਹਰ ਨਾਅਰੇਬਾਜ਼ੀ ਕਰ ਰਿਹਾ ਕਿ ਇੱਕ ਲੋਕਾਂ ਨਾਲ ਧੱਕਾ ਹੋਇਆ। ਇਹ ਤੇ ਉਹ ਹਾਲ ਹੋ ਗਿਆ ਚੋਰੀ ਔਰ ਸੀਨਾ ਜੋੜੀ। ਇੱਕ ਪਾਸੇ ਤੁਸੀਂ ਧੱਕਾ ਕਰਨ ਦਿਓ ਤੇ ਦੂਜੇ ਪਾਸੇ ਤੁਸੀਂ ਪ੍ਰੋਟੈਸਟ ਕਰਨ ਦਿਓ। ਅਸੀਂ ਘਰੋਂ ਆਏ ਆ, ਇੱਕ ਵੀਡੀਓ ਹੋਣੀ ਆ, ਲੋਕਾਂ ਨੂੰ ਸਮਾਜ ਨੂੰ ਪਤਾ ਲੱਗੇ। ਇਹ ਘਰੋਂ ਬੈਨਰ ਲੈ ਕੇ ਆਏ ਹੋਏ ਆ, ਇਹ ਸ਼ਦਾਈ ਬਣਾਉਣ ਦੇ ਸਾਨੂੰ। ਅਸੀਂ ਅਗਰ ਸ਼ਰੀਫ ਆਦਮੀ ਘਰੋਂ ਨਹੀਂ ਬੋਲਦਾ, ਇਹਨਾਂ ਨੇ ਸਾਨੂੰ ਡਰਾਇਆ ਕਿ 45 ਮਿੰਟਾਂ 'ਚ ਪਹੁੰਚੋ। ਅਸੀਂ ਆਪਣੀ ਗੱਡੀ 'ਚ ਆਏ ਆ ਇਸ ਕਰਕੇ ਡਰ ਕੇ ਕਿ ਯਾਰ ਵੀਡੀਓ ਵਾਇਰਲ ਨਾ ਹੋਵੇ, ਸਮਾਜ 'ਚ ਇੱਕ ਗਲਤ ਮੈਸੇਜ ਜਾਂਦਾ ਵਾ ਕਿ ਇਹ ਵੀ ਪਰਿਵਾਰ ਹੋ ਗਿਆ। ਇਹਨਾਂ ਨੇ ਕਿੰਨਾ ਕੁ ਸਾਨੂੰ ਧੱਕਾ ਲਾਇਆ ਵਾ, ਇਹਦੀ ਤਾਂ ਇਹ ਫੁੱਲਫਿਲ ਕਰ ਹੀ ਨਹੀਂ ਸਕਦੇ। ਬਿਲਕੁਲ ਕਿ ਕਰੋਨਾ ਬਾਰੇ ਜਾਣਦੇ ਆ ਕਿ ਜਦੋਂ ਇੱਕ ਪੋਜ਼ਿਟਿਵ ਕੇਸ ਆਉਂਦਾ ਤੇ ਉਸ ਪਰਿਵਾਰ ਤੇ ਕੀ ਬੀਤਦੀ ਹੋਊਗੀ। ਭਲੀ ਭਾਂਤ ਜਾਣਦੇ ਆ ਕਿ ਉਸ ਨੂੰ ਕੋਈ ਲਾਗੇ ਵੀ ਨਹੀਂ ਲੱਗ ਸਕਦਾ। ਜੇ ਕੋਈ ਰੱਬ ਨਾ ਕਰੇ ਉਸ ਪਰਿਵਾਰ ਦੇ ਵਿੱਚ ਕਿਸੇ ਦੀ ਡੈਥ ਹੋ ਜਾਂਦੀ ਆ ਤੇ ਉਹ ਪਰਿਵਾਰ ਦਾ ਕੋਈ ਜਣਾ ਅੰਤਿਮ ਸੰਸਕਾਰ ਕਰਨ ਵਾਸਤੇ ਵੀ ਨਹੀਂ ਜਾਂਦਾ। ਪਰ ਇਹ ਡਾਕਟਰ ਜਿਨ੍ਹਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਜੇ ਰੱਬ ਤੋਂ ਬਾਅਦ ਆਪਾਂ ਗੱਲ ਕਰਦੇ ਆ ਨਾ ਤੇ ਮਾਂ ਨੂੰ ਤਾਂ ਜ਼ਰੂਰ ਰੱਬ ਕਿਹਾ ਜਾਂਦਾ, ਉਸ ਤੋਂ ਬਾਅਦ ਡਾਕਟਰ ਨੂੰ ਰੱਬ ਕਿਹਾ ਜਾਂਦਾ। ਤੇ ਜੇ ਰੱਬ ਹੀ ਇਹ ਕੰਮ ਕਰਨਗੇ ਤੇ ਫਿਰ ਸਾਡਾ ਆਮ ਦੁਨੀਆ ਦਾ ਵਾਰਿਸ ਕੌਣ ਹੋਊਗਾ? ਦੂਜੇ ਪਾਸੇ ਪ੍ਰਸ਼ਾਸਨ ਆਪਣੀਆਂ ਕੀ ਜ਼ਿੰਮੇਵਾਰੀ ਨਿਭਾ ਰਿਹਾ ਵੇਖ ਸਕਦੇ, ਜਿਹਦੇ ਵਿੱਚ ਮਨਦੀਪ ਸਿੰਘ ਮੰਨਾ ਬਾਰ-ਬਾਰ ਕਹਿ ਰਹੇ ਆ ਇੰਨੇ ਦਿਨ ਹੋ ਚੁੱਕੇ ਆ, ਜੇ ਪਰਚਾ ਦਰਜ ਹੋ ਚੁੱਕਾ ਤੇ ਉਸ ਤੋਂ ਬਾਅਦ ਗ੍ਰਿਫਤਾਰੀਆਂ ਕਿਉਂ ਨਹੀਂ ਪਈਆਂ? ਇਹ ਤੇ ਕੋਈ ਵੀ ਸਵਾਲ ਕਰ ਸਕਦਾ, ਇਹ ਤੇ ਪ੍ਰੈਸ ਵੀ ਸਵਾਲ ਕਰ ਸਕਦੀ ਆ, ਇਹ ਤੇ ਆਮ ਨਾਗਰਿਕ ਵੀ ਸਵਾਲ ਕਰ ਸਕਦਾ। ਤੇ ਦੂਜੇ ਪਾਸੇ ਹਸਪੀਟਲ ਦਾ ਸਟਾਫ ਨਾਅਰੇਬਾਜ਼ੀ ਪੂਰੀ ਕਰ ਰਿਹਾ, ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੋ ਕੁਝ ਹੋ ਰਿਹਾ ਤੁਸੀਂ ਇਸ ਨੂੰ ਜਾਇਜ਼ ਠਹਿਰਾਉਂਦੇ ਹੋ, ਸ਼ਾਇਦ ਇਸ ਗੱਲ ਦਾ ਜਵਾਬ ਨਹੀਂ ਸੀ ਉਹਨਾਂ ਦੇ ਕੋਲ। ਉਹਨਾਂ ਦੇ ਸਟਾਫ ਦੇ ਮੈਂਬਰ 4-5 ਸਾਨੂੰ ਮਿਲੇ ਲਾਈਵ ਦੇ ਵਿੱਚ, ਸੰਗਤ ਨੇ ਦੇਖਿਆ ਅਕਾਲ ਚੈਨਲ ਦੇ ਫੇਸਬੁੱਕ ਪੇਜ ਤੇ। ਜਦੋਂ ਉਹਨਾਂ ਨੇ ਇਹ ਪੁੱਛਿਆ ਗਿਆ ਸੀ ਕਿ ਤੁਸੀਂ ਮੰਨਦੇ ਆ ਤੁਲੀ ਲੈਬ ਨੇ ਕੁਝ ਕੀਤਾ, ਤੇ ਉਹ ਬਾਰ-ਬਾਰ ਰੌਲਾ ਪਾ ਰਹੇ ਸੀ ਉਹ ਤੁਲੀ ਜਾਣਦੀ ਆ। ਤੇ ਜੇ ਉਹਨਾਂ ਨੂੰ ਕਿਹਾ ਗਿਆ ਕਿ ਤੁਹਾਡੇ EMC ਹਸਪੀਟਲ ਦੀਆਂ ਰਿਪੋਰਟਸ ਵੀ ਗਈਆਂ ਹੈਗੀਆਂ, FIR ਦਰਜ ਹੋਈ ਆ, ਤੁਸੀਂ ਮੰਨਦੇ ਹੋ ਸਹੀ ਆ, ਤੇ ਉਹਦੇ ਉੱਤੇ ਉਹ ਆਨਾਕਾਨੀ ਕਰਦੇ ਸੀ। ਕੇਵਲ ਇੱਕੋ ਹੀ ਗੱਲ ਸੀ, ਮਨਦੀਪ ਸਿੰਘ ਮੰਨਾ ਮੁਰਦਾਬਾਦ, ਮਨਦੀਪ ਸਿੰਘ ਮੰਨਾ ਮੁਰਦਾਬਾਦ। ਕਿੰਨਿਆਂ ਦਾ ਮੁਰਦਾਬਾਦ ਕਰਾਂਗੇ? ਕੀ ਆਪਾਂ ਕਰੋਨਾ ਦੀ ਆੜ ਦੇ ਵਿੱਚ ਲੋਕਾਂ ਨੂੰ ਲੁੱਟਣਾ ਇਹੋ ਹੀ ਧਰਮ ਰਹਿ ਚੁੱਕਾ ਸਾਡਾ? ਇਨਸਾਨੀਅਤ ਨਹੀਂ ਦੇਖੀ ਜਾ ਰਹੀ, ਕੇਵਲ ਸ਼ਾਇਦ ਪੈਸਾ ਹੀ ਮੂਹਰੇ ਰੱਖਿਆ ਹੈਗਾ। ਹੋਰ ਪਰਿਵਾਰਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਕਰੋਨਾ ਦੀ ਆੜ ਦੇ ਵਿੱਚ ਹੋਰ ਕਿੰਨਿਆਂ ਨੂੰ ਲੁੱਟਿਆ ਜਾਣਾ ਤੇ ਕਿੰਨੇ ਕੁ ਪਰਿਵਾਰ ਬਚਣਗੇ। ਇਹਦੇ ਵਿੱਚ ਮੈਨੂੰ ਲੱਗਦਾ ਕਿ ਇਸ ਟਾਈਮ ਦੇ ਉੱਤੇ ਸਿਆਸਤ ਤੋਂ ਪਰੇ ਉੱਠ ਕੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ। ਉਹ ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਕੇਂਦਰ ਦੀ ਸਰਕਾਰ ਹੋਵੇ, ਸਿਆਸਤ ਪਰੇ ਛੱਡ ਕੇ ਇਹ ਜਿਹੜੇ ਜੋ ਕਾਰਜ ਹੁੰਦੇ ਆ, ਜਿਹੜੇ ਘਿਨਾਉਣੀਆਂ ਕਾਰਵਾਈਆਂ ਕਰਦੇ ਆ, ਉਹਨਾਂ ਤੇ ਪਰਚਾ ਦਰਜ ਹੋਣਾ ਹੀ ਚਾਹੀਦਾ। ਇਹ ਤੇ ਹਮੇਸ਼ਾ ਹੀ ਇੱਕ ਆਵਾਜ਼ ਬੇਸ਼ੱਕ ਉਹ ਮਨਦੀਪ ਸਿੰਘ ਮੰਨਾ ਦੀ ਹੋਵੇ ਜਾਂ ਉਹ ਆਵਾਜ਼ ਆਮ ਜਨਤਾ ਦੀ ਹੋਊਗੀ, ਉਹ ਹਰ ਇੱਕ ਦੀ ਆਵਾਜ਼ ਹੀ ਹੋਊਗੀ। ਤੇ ਹਸਪਤਾਲ ਸਟਾਫ ਬਾਰ-ਬਾਰ ਇਹ ਜ਼ਰੂਰ ਕਹਿ ਰਿਹਾ ਕਿ ਮਨਦੀਪ ਸਿੰਘ ਮੰਨਾ ਸਿਆਸਤ ਚਮਕਾ ਰਿਹਾ। ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਮਨਦੀਪ ਸਿੰਘ ਮੰਨਾ ਕਿਹਦੇ ਨਾਲ ਸੰਬੰਧਿਤ ਹੈਗਾ, ਕਾਂਗਰਸ ਪਾਰਟੀ ਜਾਂ ਅਕਾਲੀ ਦਲ ਨਾਲ, ਤੇ ਸ਼ਾਇਦ ਉਹਨਾਂ ਦਾ ਜਵਾਬ ਨਹੀਂ ਸੀ ਉਹਨਾਂ ਕੋਲ। ਆਪਾਂ ਫਿਰ ਇੱਕ ਵਾਰੀ ਮਨਦੀਪ ਸਿੰਘ ਮੰਨਾ ਨਾਲ ਵੀ ਚੱਲਾਂਗੇ ਤੇ ਹਸਪਤਾਲ ਦੇ ਸਟਾਫ ਨੂੰ ਦੁਬਾਰਾ ਪੁੱਛਾਂਗੇ
ਕਿ ਜੋ ਕੁਝ ਹੋ ਰਿਹਾ ਤੁਹਾਨੂੰ ਕੀ ਲੱਗਦਾ ਸਭ ਕੁਝ ਜਾਇਜ਼ ਹੈ? ਉਧਰੋਂ ਹਸਪਤਾਲ ਦੇ ਪਰ ਜਿਹੜੇ ਸਟਾਫ ਨੇ ਇਹਨਾਂ ਵੀ ਪ੍ਰੋਟੈਸਟ ਕਰ ਰਹੇ ਉਹਨਾਂ ਅਗੇਂਸਟ। ਅਸੀਂ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਕੋਈ ਲੜਾਈ ਝਗੜਾ ਇਹਨਾਂ ਦਾ ਨਾਮ ਕਲੈਸ਼ ਨਾ ਹੋਵੇ, ਅਸੀਂ ਦੋਨਾਂ ਧਿਰਾਂ ਨੂੰ ਦੂਰ ਰੱਖਿਆ, ਰੋਕਿਆ, ਉਹਨਾਂ ਨੂੰ ਉੱਥੇ ਰੋਕਿਆ, ਇਹਨਾਂ ਨੂੰ ਇੱਥੇ ਰੋਕਿਆ ਵਾ, ਤਾਂ ਜੋ ਕੋਈ ਲੜਾਈ ਝਗੜਾ ਜਾਂ ਅਮਨ ਕਾਨੂੰਨ ਦੀ ਸਥਿਤੀ ਨਾ ਪੈਦਾ ਹੋਵੇ। ਸਰ ਜੇ ਉਧਰ ਮੰਨੇ ਦੀ ਗੱਲ ਮੰਨੇ ਦੇ ਨਾਲ ਜਿਹੜੇ ਪਰਿਵਾਰਿਕ ਮੈਂਬਰ ਆਏ ਉਹਨਾਂ ਵੱਲੋਂ ਸੁਣਿਆ ਜਾਵੇ ਤਾਂ ਉਹ ਕਹਿੰਦੇ ਵੀ ਸਾਡੇ ਨਾਲ ਸਾਨੂੰ ਹਿਰਾਸ ਕੀਤਾ ਗਿਆ, ਤੇ ਹੁਣ ਜੇ ਇਹ ਨਰਸਿੰਗ ਸਟਾਫ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਵੱਲੋਂ ਕਿਹਾ ਜਾਂਦਾ ਸਾਨੂੰ ਹੁਣ ਹਿਰਾਸ ਕੀਤਾ ਜਾ ਰਿਹਾ। ਮਾਮਲਾ ਇਹਦੇ ਵਿੱਚ ਇਹ ਜਾਂਚ ਦਾ ਵਿਸ਼ਾ ਵਾ। ਇਸ ਸੰਬੰਧੀ ਵਿਜੀਲੈਂਸ ਵੱਲੋਂ FIR ਦਰਜ ਕੀਤੀ ਗਈ ਹੈ, ਉਹ ਇਨਕੁਆਇਰੀ ਕਰ ਰਿਹਾ, ਜਾਂਚ ਕਰ ਰਿਹਾ। ਇਹ ਉਹਨਾਂ ਦਾ ਕੰਮ, ਉਹਨਾਂ ਨੇ ਜਾਂਚ ਕਰਨਗੇ। ਦੋਨੇ ਤਰ੍ਹਾਂ ਆਪਣੇ ਜਾ ਕੇ ਸਟੇਟਮੈਂਟ ਲਿਖਾਉਣ, ਆਪਣਾ ਪੱਖ ਰੱਖਣ। ਪਰ ਫਿਲਹਾਲ ਜੋ ਅਸੀਂ ਇੱਥੇ ਕਰ ਰਹੇ ਹਾਂ, ਅਸੀਂ ਦੋਨਾਂ ਝਗੜੇ ਨੂੰ ਟਾਲਣ ਵਾਸਤੇ ਇੱਥੇ ਦੋਨੇ ਪਾਸੇ ਰੋਕਿਆ ਇਹਨਾਂ ਨੂੰ। ਕੁਝ ਦਿਨ ਪਹਿਲਾਂ ਦੀ ਗੱਲ ਹੈਗੀ ਆ, ਅੰਮ੍ਰਿਤਸਰ ਦੇ ਤੁੱਲੀ ਲੈਬ EMC ਹਸਪੀਟਲ ਦਾ ਜੋ ਵੀ ਆਪਾਂ ਸੁਣ ਚੁੱਕੇ ਆ। ਉਸ ਤੋਂ ਬਾਅਦ ਦੇ ਵਿੱਚ ਅੱਜ ਇੱਕ ਟਾਈਮ ਦਿੱਤਾ ਗਿਆ ਸੀ ਦੁਪਹਿਰ ਤੋਂ ਬਾਅਦ ਦਾ 3 ਵਜੇ ਦਾ ਇੰਡੀਆ ਦਾ ਟਾਈਮ ਸੀ ਕਿ ਮਨਦੀਪ ਸਿੰਘ ਮੰਨਾ ਪਹੁੰਚ ਰਿਹਾ ਉੱਥੇ। ਮਨਦੀਪ ਸਿੰਘ ਮੰਨਾ ਕੌਣ ਆ, ਉਹਦੇ ਬਾਰੇ ਵੀ ਆਪਾਂ ਮਨਦੀਪ ਸਿੰਘ ਮੰਨਾ ਕੋਲ ਜਾਣਕਾਰੀ ਲੈਂਦੇ ਆ। ਤੇ ਮਨਦੀਪ ਸਿੰਘ ਮੰਨਾ ਕਿਉਂ ਪਹੁੰਚ ਰਿਹਾ ਸੀ, ਕਿਉਂਕਿ EMC ਹਸਪੀਟਲ ਦਾ ਨਾਂ FIR ਦੇ ਵਿੱਚ ਦਰਜ ਆ। ਉਹ FIR ਦੇ ਵਿੱਚ ਦਰਜ ਕਿਉਂ ਹੋਇਆ, ਇਹਦੇ ਬਾਰੇ ਸਟਾਫ ਹੀ ਸਾਡੇ ਨਾਲ ਮੌਜੂਦ ਆ। ਤੁੱਲੀ ਲੈਬ ਦਾ ਜਿਹੜਾ ਕਿ ਨਾਂ ਚਰਚਾ ਦੇ ਵਿੱਚ ਆਇਆ ਸੀ, ਪਰ ਜਦੋਂ ਤਕਰਾਰਬਾਜ਼ੀ ਹੋਈ, ਆਮੋ ਸਾਹਮਣੇ ਹੋਇਆ, ਇੱਕ ਪਾਸੇ EMC ਹਸਪੀਟਲ ਦਾ ਸਟਾਫ ਸੀ ਤੇ ਦੂਜੇ ਪਾਸੇ ਮਨਦੀਪ ਸਿੰਘ ਮੰਨਾ ਦੇ ਸਾਥੀ। ਆਪਸੀ ਤਕਰਾਰਬਾਜ਼ੀ ਕਿਉਂ ਹੁੰਦੀ ਆ, ਨਾਅਰੇਬਾਜ਼ੀ ਕਿਉਂ ਹੁੰਦੀ ਆ, ਕਿ ਹਸਪੀਟਲ ਦੇ ਵਿੱਚ ਸਭ ਕੁਝ ਠੀਕ ਹੋ ਰਿਹਾ, ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਹਸਪੀਟਲ ਦਾ ਸਟਾਫ ਆ ਸਾਡੇ ਨਾਲ। ਭੈਣ ਜੀ ਕੀ ਸ਼ੁਭ ਨਾਮ ਤੁਹਾਡਾ? ਗੁਰਵਿੰਦਰ ਜੀ, ਅੱਜ ਜੋ ਕੁਝ ਹੋ ਰਿਹਾ, ਘਟਨਾਕ੍ਰਮ ਵਾਪਰ ਰਿਹਾ, ਕੁਝ ਦਿਨ ਪਹਿਲਾਂ ਦੀਆਂ ਰਿਪੋਰਟਾਂ ਜੋ ਆਈਆਂ ਸੀ, ਕੋਈ ਮੀਡੀਆ ਦੇ ਵਿੱਚ ਵੀ ਆਈਆਂ, ਕਿ ਉਹ ਸਾਰਾ ਕੁਝ ਸਹੀ ਆ? ਤੁਹਾਨੂੰ ਕੀ ਲੱਗਦਾ ਤੁੱਲੀ ਲੈਬ ਤੇ EMC ਹਸਪੀਟਲ ਨੂੰ ਜੋੜਿਆ ਜਾ ਰਿਹਾ ਜੀ? ਸਰ ਇਹ ਫालतू ਚ ਜੋੜਿਆ ਜਾ ਰਿਹਾ। ਰਿਪੋਰਟਾਂ ਤੁੱਲੀ ਲੈਬ ਚ ਹੁੰਦੀਆਂ, EMC ਥੋੜੀ ਹੁੰਦੀਆਂ। EMC ਦਾ ਕੋਈ ਲੋਗੋ ਕੋਈ ਚਲੋ ਠੀਕ ਹੈ, ਚੈੱਕ ਵੀ ਕਰਨਗੇ, ਸਾਰਾ ਕੁਝ ਕੀਤਾ, ਉਹਦੇ ਚ EMC ਦਾ ਤੇ ਨਾਂ ਕਿਤੇ ਨਹੀਂ ਹੈਗਾ ਕਿ EMC ਨੇ ਇਨਵੈਸਟੀਗੇਸ਼ਨ ਕਰਾਈ। ਇਸ ਚ ਕਿਹਾ ਜਾ ਰਿਹਾ ਨਾ ਕਿ ਤੁੱਲੀ ਲੈਬ ਕਰੋਨਾ ਪੋਜ਼ਿਟਿਵ ਦਿੰਦੀ ਸੀ ਤੇ ਉਹਨਾਂ ਨੂੰ EMC ਚ ਭੇਜਿਆ ਜਾਂਦਾ ਸੀ। ਸਰ ਉਹ ਤਾਂ ਕੋਈ ਵੀ ਕਹਿ ਸਕਦਾ, ਉਹ ਤੇ ਆਪਣੇ ਕੇਸ ਸਟਰੋਂਗ ਕਰਨ ਵਾਸਤੇ ਕਹਿ ਤੁਸੀਂ ਉਦੋਂ ਤਾਂ ਫਿਰ ਕਿਉਂ ਨਹੀਂ ਹਸਪੀਟਲ ਨੇ ਬਾਹਰ ਆਣ ਕੇ ਧਰਨਾ ਕਿਉਂ ਨਹੀਂ ਕਿਉਂ ਨਹੀਂ ਦਿੱਤਾ? ਉਹਦੀ ਗੱਲ ਸੁਣੋ ਸਰ, ਅਸੀਂ ਸ਼ਾਂਤੀ ਨਾਲ ਚਾਹੁੰਦੇ ਸੀ, ਠੀਕ ਆ। ਇਹਨਾਂ ਨੇ ਚੇਨ ਥਰੂ ਪਾਸੇ ਆਪਣਾ ਹਸਪੀਟਲ ਦੇ ਨਾਲ ਨੁਕਸਾਨ ਹੋਣ ਡਿਆ ਹੋਵੇ ਤੇ ਅਸੀਂ ਸ਼ਾਂਤੀ ਮੰਗਾਂਗੇ, ਭਾਰਤ ਦੇ ਵਿੱਚ ਕੋਟ ਕਟਾਪਾ ਹੋਣ ਡਿਆ ਤਾਂ ਅਸੀਂ ਸ਼ਾਂਤੀ ਲੱਭਦੇ ਰਵਾਂਗੇ। ਸਰ ਮੇਰੀ ਗੱਲ ਸੁਣੋ, ਉਹਨਾਂ ਨੇ ਲੀਗਲੀ ਕੀਤਾ ਨਾ। ਜਦੋਂ ਲੀਗਲੀ ਕੋਈ ਕੰਮ ਹੁੰਦਾ, ਜੇ ਮੈਨੂੰ ਕਮੈਂਟ ਤੇ ਨਹੀਂ ਵਿਸ਼ਵਾਸ ਹੋਏਗਾ ਤੇ ਮੈਂ ਹਰਕਤ ਕਰਦੀ। ਮੈਨੂੰ ਵਿਸ਼ਵਾਸ ਹੀ ਕਿ ਉਹ ਸਹੀ ਕਰਨਗੇ, ਠੀਕ ਆ। ਇਸ ਬੰਦੇ ਨੇ ਆਪਣੇ ਆਪ ਨੂੰ ਅੱਗੇ ਲਿਆਉਣ ਵਾਸਤੇ, ਅਸੀਂ ਨਹੀਂ ਜਾਣਦੇ ਕੌਣ ਮੰਨਣਾ ਆ, ਸੱਚੀ ਗੱਲ ਆ। ਫਿਰ ਕਿਉਂ ਬਾਹਰ ਆਇਆ ਜੇ ਤੁਸੀਂ ਜਾਣਦੇ? ਬਾਹਰ ਆਏ ਆ, ਅਸੀਂ ਜਾਣਦੇ ਨਹੀਂ। ਜੋ ਸਾਨੂੰ ਪਤਾ ਲੱਗਾ ਕਿ ਇਹ ਬੰਦਾ, ਇਹ ਇਨਸਾਨ ਆਇਆ, ਮੇਰਾ ਕੋਈ ਸਟਾਫ ਨਹੀਂ, ਅਸੀਂ ਇਸ ਬੰਦੇ ਨੂੰ ਨਹੀਂ ਜਾਣਦੇ। ਤੁਸੀਂ ਤਾਂ ਬਹੁਤ ਮੁਰਦਾਬਾਦ ਕੀਤੀ, ਤੁਸੀਂ ਕਹਿੰਦੇ ਜਾਣਦੇ। ਹੁਣ ਜਦੋਂ ਸਾਨੂੰ ਪਤਾ ਲੱਗਾ ਕਿ ਸਾਡੇ ਹਸਪੀਟਲ 'ਚ ਇਸ ਬੰਦੇ, ਵੈਸੇ ਮਤਲਬ ਕਿ ਜਿੱਦਾਂ ਇਹ ਆਪਣੇ ਆਪ ਨੂੰ ਪ੍ਰੂਵ ਕਰਾ, ਨਾਮ ਦਾ ਪਤਾ ਸਾਨੂੰ ਵੈਸੇ ਨਹੀਂ ਪਤਾ ਸੀ ਕੌਣ। ਹੁਣ ਸਾਨੂੰ ਪਤਾ ਮਤਲਬ ਕਿ ਠੀਕ ਹੈ, ਜਿੱਦਾਂ ਕੋਈ ਮਤਲਬ ਕਿ ਬਹੁਤ ਫੇਮਸ ਬੰਦਾ ਹੋਏ, ਜੇ ਹੋਵੇ, ਅਸੀਂ ਨਹੀਂ ਇਹਨੂੰ ਜਾਣਦੇ, ਠੀਕ ਹੈ। ਇਹਨੇ ਆਪਣੇ ਆਪ ਨੂੰ ਸਟੰਟ ਕਰਨ ਵਾਸਤੇ, ਪੋਲੀਟੀਕਲ ਸਟੰਟ ਕਰਨ ਵਾਸਤੇ ਮਤਲਬ ਕਿ ਮੁੱਦਾ ਬਣਾ ਲਿਆ ਹਸਪੀਟਲ ਨੂੰ। ਮੈਂ ਤੁਹਾਡੀ ਗੱਲ ਰੋਕਦਾ, ਤੁਸੀਂ ਜਾਣਦੇ ਹੋ ਕਿਹੜੀ ਪਾਰਟੀ ਨਾਲ ਸੰਬੰਧਿਤ ਪੋਲੀਟੀਕਲ ਸਟੰਟ ਕਿਉਂ ਕਰ ਰਿਹਾ ਮਨਦੀਪ ਸਿੰਘ ਮੰਨਾ? ਸਰ ਕਿਸੇ ਨਾਲ ਵੀ ਹੋ ਸਕਦਾ, ਕਿਸੇ ਨਾਲ ਵੀ ਹੋ ਸਕਦਾ। ਅਕਾਲੀਆਂ ਬਾਰੇ ਵੀ ਗਲਤ ਬੋਲ ਰਿਹਾ, ਕਾਂਗਰਸ ਦੇ ਵਿਰੋਧ ਬੋਲ ਰਿਹਾ। ਸਰ ਆਪਣਾ ਨਾਂ ਬਣਾਉਣ ਵਾਸਤੇ ਬੰਦਾ ਨੂੰ ਨਾ ਕਿਸੇ ਦੀ ਲੋੜ ਨਹੀਂ ਹੁੰਦੀ। ਬੰਦਾ ਆਪਣੇ ਆਪ ਨੂੰ ਉਹਨੂੰ ਹੁੰਦਾ ਕਿ ਕੋਈ ਜਗ੍ਹਾ ਮਿਲੀ ਆ, ਸ਼ਾਇਦ ਮੈਨੂੰ ਲੋਕ ਜਾਣਨ ਲੱਗ ਗਏ। ਆਪਾਂ ਗੱਲ ਕਰਦੇ ਆ EMC ਹਸਪੀਟਲ ਦੀ। EMC ਹਸਪੀਟਲ ਦੇ ਵਿੱਚ ਤੁਸੀਂ ਕੀ ਮੰਨਦੇ ਆ, ਜੋ ਕੁਝ ਹੋ ਰਿਹਾ ਜਾਇਜ਼ ਹੋ ਰਿਹਾ? ਕਿਉਂ ਰਿਪੋਰਟਾਂ ਗਲਤ ਆਈਆਂ ਤੁੱਲੀ ਲੈਬ ਤੋਂ? ਕਿਉਂ ਫਿਰ ਇੱਧਰ ਨੂੰ ਗਾਹਕ ਭੇਜਣੇ ਚਾਲੂ ਕੀਤੇ? ਸਰ ਮੇਰੀ ਗੱਲ ਸੁਣੋ, ਕੋਈ ਗਾਹਕ ਨਹੀਂ ਆਇਆ ਸਾਡੇ ਹਸਪੀਟਲ, ਰਿਪੋਰਟ ਕਰਾ ਕੇ ਆਏ। ਇਹ ਪੇਸ਼ੈਂਟ ਜਿਹੜੇ ਗਵਰਨਮੈਂਟ ਹਸਪੀਟਲ ਤੋਂ ਵੀ ਰਿਪੋਰਟ ਕਰਾ ਕੇ ਆਏ। ਜੇ ਤੁਹਾਡੇ ਕੋਲ ਕੋਈ ਪੇਸ਼ੈਂਟ ਆਏਗਾ, ਐਜ ਇਨਸਾਨੀਅਤ ਨਾਤੇ ਤੁਹਾਡੇ ਕੋਲ ਕੋਈ ਪੇਸ਼ੈਂਟ ਆਏਗਾ, ਤੁਸੀਂ ਉਹਨੂੰ ਵਾਪਸ ਕਰ ਦੋਗੇ? ਵਾਪਸ ਕਰੋਗੇ? ਨਹੀਂ ਨਾ, ਟ੍ਰੀਟਮੈਂਟ ਕਰੋਗੇ। ਅਸੀਂ ਉਹਨੂੰ ਟ੍ਰੀਟਮੈਂਟ ਕਰਨ ਤੋਂ ਬਾਅਦ, ਜੇ ਇਹ ਪ੍ਰਾਈਵੇਟ ਲੋਕ ਹੀ, ਅਸੀਂ ਇਹਨਾਂ ਨੂੰ ਸਾਰਾ ਦੱਸਿਆ ਕਿ ਕਿੰਨਾ ਖਰਚਾ, ਕੀ ਹੋਣਾ, ਕਿੱਦਾਂ ਕੀ ਹੋਣਾ ਸਾਰਾ ਦੱਸਿਆ ਗਿਆ ਇਹਨਾਂ ਨੂੰ। ਕੋਈ ਇਦਾਂ ਦਾ ਇਨਸਾਨ ਨਹੀਂ ਇਹਨਾਂ ਦੇ ਵਿੱਚ ਹੈਗਾ ਜਿਹਨੂੰ ਅਸੀਂ ਆਪਣੇ ਹਸਪੀਟਲ ਦੇ ਖਰਚੇ ਨਹੀਂ ਦੱਸੇ। ਅੱਛਾ, ਫਿਰ ਇਹ ਗੱਲ ਕਰਦੇ ਸਟਾਫ ਨੇ ਤੇ ਕੋਈ ਵੀ ਬਿਨਾਂ ਸੋਚੇ ਸਮਝੇ ਇਹਨਾਂ ਦੀ ਸੇਵਾ ਕੀਤੀ ਨਾ, ਦਿਨ ਰਾਤ ਕਰਕੇ ਕੇਅਰ ਕੀਤੀ। ਜਿਹੜੀਆਂ ਕਿੱਟਾਂ ਪਾ ਕੇ ਮੇਰੇ ਸਟਾਫ ਨੇ ਡਿਊਟੀ ਕੀਤੀ, ਇਹ ਲੋਕ 1 ਘੰਟਾ ਪਾ ਕੇ ਖੜ ਜਾਣ ਤੇ ਤਾਂ ਗੱਲ ਕਰਨ। ਉਹ ਇੱਕ ਜ਼ਿੰਮੇਵਾਰੀਆਂ ਵਾ, ਉਹ ਕਿਸੇ ਦੇ ਉੱਤੇ ਆਸਾਨ ਨਹੀਂ ਕਰ ਸਕਦੇ। ਜੇ ਇੱਕ ਡਾਕਟਰ ਦੀ ਇੱਕ ਵੱਡੀ ਜ਼ਿੰਮੇਵਾਰੀ ਆ, ਉਹ ਇਹ ਇਸ ਟਾਈਮ ਪ੍ਰਸ਼ਾਸਨ ਖੜਾ ਹੈਗਾ ਤੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ। ਉਹਨਾਂ 'ਚ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਕਿ ਤੁਹਾਨੂੰ ਦੋਵਾਂ ਨੂੰ ਦੂਰ ਰੱਖਿਆ, ਨਹੀਂ ਤੇ ਟਕਰਾਅ ਬਣ ਸਕਦਾ ਸੀ। ਜ਼ਿੰਮੇਵਾਰੀ ਆ ਪ੍ਰਸ਼ਾਸਨ ਨਿਭਾਈ। ਤੁਸੀਂ ਅੰਦਰ ਲੜ ਰਹੇ ਹੈਗੇ ਕੋਵਿਡ ਪੇਸ਼ੈਂਟ ਨਾਲ, ਸਲਾਮ ਕਰਦਾ ਅਕਾਲ ਚੈਨਲ ਵੀ ਤੁਹਾਨੂੰ, ਪਰ ਇਹ ਆਪਣੀ ਜ਼ਿੰਮੇਵਾਰੀਆਂ ਵਾ। ਮੀਡੀਆ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ। ਅਸੀਂ ਜੇ ਜ਼ਿੰਮੇਵਾਰੀ ਨਿਭਾਈ, ਇਹਨਾਂ ਲੋਕਾਂ ਨੂੰ ਵੀ ਤੇ ਹਰਾਸ ਨਹੀਂ ਕਰਨਾ ਚਾਹੀਦਾ, ਸਟਾਫ ਡਾਕਟਰਸ ਨੂੰ ਨਾ। ਇਹਨਾਂ ਲੋਕਾਂ ਉਹਨਾਂ ਪਰਿਵਾਰ ਨੂੰ ਕਿਉਂ ਹੋਣਾ ਪਿਆ? ਪਰਿਵਾਰ ਨੂੰ ਦੇਖੋ, ਪਰਿਵਾਰ ਪਹਿਲਾਂ ਇੱਥੇ ਵੀਡੀਓ ਬਣਾ ਕੇ ਸਾਰਾ ਕੁਝ ਸ਼ੇਅਰ ਕਰਕੇ ਸਟਾਫ ਨੂੰ ਐਪਰੀਸ਼ੀਏਟ ਕਰਕੇ ਗਿਆ। ਉਹੀ ਪਰਿਵਾਰ ਵੀਡੀਓ ਜੋ ਦੇ ਸਕਦੇ, ਹਾਂ ਉਹ ਪਰਿਵਾਰ ਵੀਡੀਓ ਬਣਾ ਕੇ ਐਪਰੀਸ਼ੀਏਟ ਕਰਕੇ ਗਿਆ। ਅੱਜ ਵੀਡੀਓ ਸਾਨੂੰ ਦੇ ਸਕਦੇ ਆ ਜਿਹੜੀਆਂ ਤੁਹਾਡੇ ਕੋਲ ਹੈਗੀਆਂ? ਬਿਲਕੁਲ ਦਿਖਾ ਸਕਦੇ ਹਾਂ, ਠੀਕ ਹੈ। ਸਾਰਾ ਕੁਝ ਕਰਕੇ ਗਿਆ। ਅੱਜ ਜੇ ਉਹਨਾਂ ਨਾਲ ਰਲ ਜਾਏਗਾ, ਉੱਥੇ ਮੈਂ ਕੀ ਕਰ ਸਕਦੀ ਹਾਂ?
ਪਰ ਉਹ ਦੱਸ ਰਹੇ ਆ ਕਿ ਸਾਡਾ ਬਿੱਲ ਹੀ ਇੰਨਾ ਬਣ ਚੁੱਕਾ ਕਿ ਮੈਨੂੰ ਲੱਗਦਾ ਇੱਕ ਚੰਗਾ ਪਰਿਵਾਰ ਵੀ ਅੰਦਰ ਵੜਿਆ ਹੋਵੇ ਤੇ ਹਸਪੀਟਲ ਤੋਂ ਬਾਹਰ ਕੰਗਾਲ ਹੋ ਕੇ ਨਿਕਲ ਰਿਹਾ ਹੋਵੇ। ਇੰਨੇ ਪ੍ਰਾਈਵੇਟ ਹਸਪੀਟਲ ਆ, ਇੱਕ ਹਸਪੀਟਲ ਦੱਸ ਦੇਣ ਮੈਨੂੰ ਲਿਆ ਕੇ ਖਿਲਾਰ ਦੇਣ। ਵਿਕਰਮ ਜੀ ਮਜੀਠੀਆ ਨੇ ਇੱਕ ਹਸਪੀਟਲ ਦਾ ਨਾਮ ਦਾ ਲਿਆ, ਇੱਕ ਵੱਡਾ ਲੀਡਰ ਅਕਾਲੀ ਦਲ ਦਾ ਇੱਕ ਅੰਮ੍ਰਿਤਸਰ ਦੇ ਹਸਪੀਟਲ ਦਾ ਨਾਮ ਲੈ ਰਿਹਾ। ਤੁਸੀਂ ਮੰਨਦੇ ਆ ਕਿ ਸਾਰਾ ਕੁਝ ਹਸਪੀਟਲਾਂ 'ਚ ਕਿਉਂ ਹੋ ਰਿਹਾ ਦਾ? ਸਰ ਇਹ ਤੇ ਹੁਣ ਇਹ ਲੋਕ ਜਾਣਦੇ ਹੋਣਗੇ ਜਿਹੜੇ ਵੀਰ ਸਿੰਘ ਗਿੱਲ ਵਿਕਰਮ ਜੀ ਦਾ ਪੀਏ ਰਿਹਾ ਇਸ ਟਾਈਮ ਦੱਖਣੀ ਹਲਕੇ ਤੋਂ ਆਉਣ ਵਾਲੀ ਇਲੈਕਸ਼ਨ ਵੀ ਲੜਨੀ ਆ, ਸਾਰੇ ਆਪਾਂ ਜਾਣਦੇ ਆ। ਉਹ ਵੀ ਇੱਕ ਹਸਪੀਟਲ ਦਾ ਨਾਮ ਲੈ, ਕਿਉਂ ਹਸਪੀਟਲਾਂ ਵਾਲੇ ਪਾਸੇ ਹੀ ਹੋਇਆ ਇਸ ਟਾਈਮ ਤੇ ਅਕਾਲੀ ਦਲ ਲਾ ਲਈਏ ਜਾਂ ਦੂਜੇ ਪਾਸੇ ਲਾ ਲਈਏ ਤੇ ਕਾਂਗਰਸ ਪਾਰਟੀ ਦੇ ਵਿੱਚ ਹੁੰਦਿਆਂ ਹੋਇਆਂ ਵੀ ਈਐਮਸੀ ਦੇ ਵਿੱਚ ਵੀ ਪਰਚਾ ਦਰਜ ਹੁੰਦਾ, ਤੁਲੀ ਲੈਬ ਤੇ ਪਰਚਾ ਦਰਜ ਹੋ ਜਾਂਦਾ। ਸਰ ਇਹ ਤੇ ਇਹਨਾਂ ਲੋਕਾਂ ਨੂੰ ਪਤਾ ਹੋਊਗਾ ਜਿਹੜੇ ਕਰਦੇ ਪਏ, ਸਾਨੂੰ ਕੀ ਈਐਮਸੀ ਦੇ ਹਸਪੀਟਲ ਤੇ ਪਰਚਾ ਕਿਉਂ ਦਰਜ ਹੋਇਆ ਪਿਆ? ਸਰ ਇਹਨਾਂ ਲੋਕਾਂ ਨੇ ਗੇਮ ਖੇਡੀ ਹੈ ਇੱਕ ਕਿ ਠੀਕ ਆ, ਹਾਂ ਇਹਨਾਂ ਨੂੰ ਮਤਲਬ ਕਿ ਠੀਕ ਆ, ਹੋਰ ਕਿਸੇ ਸਰ ਐਸਾ ਪਰਚਾ ਕੀਤਾ ਜੇ ਇਹ ਬੰਦੇ ਨੂੰ ਇੰਨਾ ਮਾੜਾ ਈਐਮਸੀ ਲੱਗਦਾ ਹੈ ਤੇ ਆਪਣੀ ਫੈਮਿਲੀ ਕਿਉਂ ਲੈ ਕੇ ਆਏ ਈਐਮਸੀ 'ਚ? ਉਹਨੇ ਕਿਹਾ ਕਿ ਮੈਂ ਆਪਣੀ ਫੈਮਿਲੀ ਲੈ ਕੇ ਆਇਆ ਸੀ, ਜਿੱਦਣ ਮੇਰੀ ਮਾਤਾ ਮਰੀ ਇੱਥੋਂ ਬਾਹਰ ਨਿਕਲੀ ਸੀ, ਕਹਿੰਦਾ ਕਿ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਸੀ। ਉਹਦੇ ਨਾਲ ਵੀ ਗੱਲਬਾਤ ਕੀਤੀ ਸੀ, ਉਹਨੇ ਕਿਹਾ ਕਿ ਜਦੋਂ ਮਾਤਾ ਮਰੀ ਸੀ ਮੈਂ ਵੀ ਜਾਣਦਾ ਜਾਂ ਮੇਰਾ ਰੱਬ ਜਾਣਦਾ। ਮੈਂ ਉਹਨੂੰ ਪੁੱਛਿਆ ਸੀ ਇਹ ਗੱਲ ਵੀ ਕਿ ਤੁਸੀਂ ਉਦੋਂ ਲਾਈਵ ਹੋ ਕੇ ਕਿਉਂ ਨਹੀਂ ਕਿਹਾ? ਉਹ ਕਹਿੰਦਾ ਕਿ ਮੈਂ ਉਦੋਂ ਇਸ ਸਿਚੁਏਸ਼ਨ 'ਚ ਨਹੀਂ ਸੀ ਹੈਗਾ, ਪਰ ਅੱਜ ਮੈਂ ਲੋਕਾਂ ਦੇ ਨਾਲ ਜ਼ਰੂਰ ਖੜੂੰਗਾ ਜੋ ਮੇਰੇ ਨਾਲ ਘਟਨਾ ਵਾਪਰੀ ਆ ਹੋਰ ਕਿਸੇ ਨਾਲ ਨਾ ਵਾਪਰੇ। ਤੁਸੀਂ ਕਿੰਨਾ ਬਿੱਲ ਦੇ ਕੇ ਕਿਹਨੂੰ ਪੁੱਛਣਾ ਸੀ ਈਐਮਸੀ ਵਾਲਿਆਂ ਨੂੰ ਜਿੱਦਾਂ ਤੁਹਾਡੀ ਮਦਰ ਦੀ ਡੈਥ ਹੋਈ? ਠੀਕ ਆ, ਪੇਸ਼ੈਂਟ ਆਂਦਾ ਵਾ, ਸਾਡਾ ਕੰਮ ਸੇਵਾ ਕਰਨਾ, ਅਸੀਂ ਭਗਵਾਨ ਨਹੀਂ ਹੈਗੇ, ਲਾਈਫ ਦੇਣੀ ਉਹ ਪ੍ਰਮਾਤਮਾ ਦੇ ਹੱਥ 'ਚ। ਠੀਕ ਹੈ, ਤੁਹਾਨੂੰ ਕੋਈ ਤੁਸੀਂ ਕੀ ਬਿੱਲ ਦੇ ਗਏ ਸੀ ਮਨਦੀਪ ਸਿੰਘ? ਪੁੱਛੋ ਉਹਨਾਂ ਨੂੰ ਨਾ। ਪਰ ਜਿਹੜਾ ਬੰਦਾ ਰੌਲਾ ਪਾਊਗਾ ਤੁਸੀਂ ਬਿੱਲ ਮਾਫ ਕਰ ਦਿੰਦੇ ਹੋ, ਉਹਦਾ ਮਤਲਬ ਕਿ ਇਹਦਾ ਮਤਲਬ ਅਸੀਂ ਵੀ ਜੇ ਰੌਲਾ ਪਾਈਏ ਬਿੱਲ ਮਾਫ ਹੁੰਦਾ? ਸਰ ਪੁੱਛੋ ਉਹਨਾਂ ਨੂੰ, ਉਹਨਾਂ ਨੂੰ ਪੁੱਛੋ। ਮੰਨੇ ਦਾ ਬਿੱਲ ਕਿਉਂ ਘੱਟ ਹੋਇਆ, ਬਾਕੀ ਲੋਕਾਂ ਦਾ ਵੱਧ ਕਿਉਂ? ਸਰ ਉਹਨਾਂ ਨੂੰ ਪੁੱਛੋ। ਇਹ ਤੁਹਾਡਾ, ਤੁਸੀਂ ਕਿਹਾ ਕਿ ਉਹਨਾਂ ਦਾ ਬਿੱਲ ਪੁੱਛੋ ਕਿੰਨਾ, ਜੇ ਉਹਨਾਂ ਦਾ ਬਿੱਲ ਘਟਿਆ ਫਿਰ ਆਮ ਲੋਕਾਂ ਦਾ ਬਿੱਲ ਕਿਉਂ ਵੱਧ? ਉਹਨਾਂ ਨੂੰ ਪੁੱਛੋ ਨਾ ਕਿੰਨਾ ਦੇ ਕੇ ਗਏ। ਪਰ ਉਹ ਤਾਂ ਕਹਿ ਰਿਹਾ ਕਿ ਮੈਂ ਬਿੱਲ ਦਿੱਤਾ ਸੀ। ਉਹਨਾਂ ਨੂੰ ਪੁੱਛੋ ਕਿੰਨਾ ਦੇ ਕੇ ਗਏ। ਉਹ ਕਹਿੰਦੇ ਮੈਂ ਭਰਿਆ ਪੀਤਾ ਤੋਂ ਨਿਕਲਿਆ ਸੀ, ਮੇਰੀ ਮਾਤਾ। ਮੈਂ ਪੁੱਛਿਆ ਅੱਛਾ ਉਹ ਤੋਂ ਬਾਅਦ ਉਹਨੂੰ ਕਿ ਤੂੰ ਆਪਣੇ ਉਹ ਤੋਂ ਬਾਅਦ ਹਾਂ ਉਦਘਾਟਨ ਦੇ ਆਏ, ਉਹ ਤੋਂ ਬਾਅਦ ਇਹਦੇ ਬ੍ਰਦਰ ਦੀ ਮਦਰ ਇਨ ਲੋ ਠੀਕ ਨਹੀਂ ਉਦੋਂ ਆਏ, ਉਹ ਤੋਂ ਬਾਅਦ ਇਹਨਾਂ ਦੇ 3-4 ਫੈਮਿਲੀ ਮੈਂਬਰ ਆਏ। ਫਿਰ ਕਿਉਂ ਆਇਆ ਈਐਮਸੀ 'ਚ? ਜੇ ਭਰਿਆ ਪੀਤਾ ਨਿਕਲ ਕੇ ਗਿਆ ਹੀ ਕਿਉਂ ਆਇਆ ਈਐਮਸੀ 'ਚ? ਸੱਦਾ ਦਿੱਤਾ ਈਐਮਸੀ ਵਾਲਿਆਂ ਨੇ। ਕੀ ਲੱਗਦਾ ਤੁਹਾਨੂੰ ਹੁਣ ਈਐਮਸੀ ਤੇ ਕਿਉਂ ਫਿਰ ਟਾਰਗੇਟ ਕੀਤਾ ਜਾ ਰਿਹਾ? ਇਹ ਬਿਨਾ ਮੈਂ ਤੁਹਾਨੂੰ ਕਿਹਾ ਪੋਲੀਟੀਕਲ ਸਟੰਟ ਕਰ ਰਿਹਾ ਇਹ ਬੰਦਾ ਜਾਣਬੁੱਝ ਕੇ ਟਾਰਗੇਟ ਕਰ ਰਿਹਾ ਈਐਮਸੀ ਨੂੰ। ਅੱਛਾ ਠੀਕ ਹੈ, ਚੈਨਲ ਦੇ ਥਰੂ ਚੱਲ, ਤੂੰ ਚੈਨਲ ਦੇ ਥਰੂ ਚੱਲ, ਤੈਨੂੰ ਕੀ ਲੋੜ ਧਰਨਾ ਦੇਣ ਦੀ ਜੇ ਤੈਨੂੰ ਇੰਨਾ ਪਤਾ ਹੈਗਾ ਕਿ ਠੀਕ ਆ ਸਾਰਾ ਕੁਝ। ਤੇ ਉਹ ਕਹਿੰਦਾ ਕਿ ਮੈਂ ਪ੍ਰਸ਼ਾਸਨ ਨੂੰ ਪੁੱਛਣ ਵਾਸਤੇ ਆਇਆ ਸੀ, ਇੱਥੇ ਇੱਕ ਵੀਡੀਓ ਰਿਕਾਰਡਿੰਗ ਜ਼ਰੂਰ ਹਰ ਇੱਕ ਥਾਂ ਜਾ ਕਰਦਾ ਹੈ ਤੇ ਸਾਰਾ ਮੀਡੀਆ ਵੀ ਜਾਣਦਾ, ਪ੍ਰਸ਼ਾਸਨ ਵੀ ਜਾਣਦਾ, ਉਹ ਰਿਕਾਰਡਿੰਗ ਜ਼ਰੂਰ ਕਰਦਾ। ਪਰ ਤੁਹਾਡੇ ਵੱਲੋਂ ਇੱਕ ਵੱਡੀ ਨਾਅਰੇਬਾਜ਼ੀ ਵੀ ਕੀਤੀ ਗਈ ਸੀ, ਮਨਦੀਪ ਸਿੰਘ ਮੰਨਾ ਮੁਰਦਾਬਾਦ। ਪੋਲੀਟੀਕਲ ਸਟੰਟ ਦੀ ਤੁਸੀਂ ਗੱਲ ਕਰਦੇ ਹੋ, ਮੈਨੂੰ ਇਹ ਸਵਾਲ ਦਾ ਜਵਾਬ ਦਿਓ ਕਿ ਉਹ ਕਿਹੜੀ ਪਾਰਟੀ ਨਾਲ ਸੰਬੰਧਿਤ ਹੈ, ਇਸ ਬਾਰੇ ਕੁਝ ਪਤਾ ਜਾਂ ਆਉਣ ਵਾਲੇ ਸਮੇਂ 'ਚ ਤੁਹਾਨੂੰ ਲੱਗਦਾ ਕਿ ਰਾਜਨੀਤੀ 'ਚ ਆਉਣਾ ਚਾਹੁੰਦਾ? ਸਰ ਉਹ ਰਾਜਨੀਤੀ ਜਾਏਗਾ ਹੀ ਜਿੱਦਾਂ ਦੀ ਹਰਕਤਾਂ ਕਰਦੇ, ਇਸੇ ਲਈ ਕਰਨ ਦੇ ਹੋਰ ਕਦੇ ਲਈ ਕਰਦੇ। ਮਤਲਬ ਕਿ ਆਪਾਂ ਸਾਰਿਆਂ ਨੂੰ ਰੌਲਾ ਪਾ ਕੇ ਰਾਜਨੀਤੀ ਵਾਲੇ ਪਾਸੇ ਤੁਰ ਪੈਣਾ ਚਾਹੀਦਾ। ਲੱਗਦਾ ਤੁਹਾਨੂੰ ਕਿ ਅਸੀਂ ਆਹ ਕੰਮ ਕਰਾਂਗੇ ਤੇ ਰਾਜਨੀਤੀ ਜਾਣਾ ਸੌਖਾ? ਸਰ ਮੈਂ ਉਹਦੀ ਗੱਲ ਕਰ ਰਹੀ ਹਾਂ, ਉਸ ਇਨਸਾਨ ਦੀ ਗੱਲ ਕਰ ਰਹੀ ਹਾਂ। ਈਐਮਸੀ ਲਈ ਰੋਜ਼ ਫੇਸਬੁੱਕ 'ਚ ਪਾ ਰਹੇ ਨੇ। ਉਹ ਕਿਉਂ ਪਾ ਰਹੇ ਜਦ ਕਾਨੂੰਨ 'ਚ ਹੈਗਾ? ਮੇਰੀ ਗੱਲ ਸੁਣੋ, ਅਦਾਲਤ ਵਿੱਚ ਹੈ, ਸਾਨੂੰ ਇਹਦੇ ਤੇ ਅਦਾਲਤ ਤੇ ਵਿਸ਼ਵਾਸ ਨਹੀਂ ਹੈ। ਤੁਸੀਂ ਬਾਹਰ ਕਿਉਂ ਆਏ ਜਦੋਂ ਤੁਹਾਨੂੰ ਅਦਾਲਤ ਤੇ ਵੱਡਾ ਵਿਸ਼ਵਾਸ? ਅਸੀਂ ਤੇ ਕਰਨਾ, ਜਦੋਂ ਸਾਡੇ ਤੇ ਹਮਲਾ ਹੋਏ, ਸਾਡੇ ਘਰ ਤੇ ਹਮਲਾ ਹੋਇਆ, ਅਸੀਂ ਆਣਾ ਨਹੀਂ ਹੈ, ਅਸੀਂ ਆਣਾ ਨਹੀਂ, ਅਸੀਂ ਬੁਜ਼ਦਿਲ ਬੰਦੇ ਆ। ਜਦੋਂ ਸਾਡੇ ਘਰ ਤੇ ਹਮਲਾ ਕਰਨ ਆਏ ਨੇ ਅਸੀਂ ਤੇ ਆਣਾ ਹੀ ਆਣਾ। ਜਦੋਂ ਇਹ ਰੋਜ਼ ਫੇਸਬੁੱਕ ਤੇ ਪਾ ਰਿਹਾ ਕਿ ਮੈਂ ਆ ਰਿਹਾ ਜੀ ਈਐਮਸੀ 'ਚ, ਮੈਂ ਆ ਰਿਹਾ ਜੀ ਈਐਮਸੀ, ਫਿਰ ਈਐਮਸੀ ਨੇ ਚੂੜੀਆਂ ਪਾਈਆਂ ਨੇ। ਈਐਮਸੀ ਨੇ ਚੂੜੀਆਂ ਨਹੀਂ ਪਾਈਆਂ, ਪਰ ਈਐਮਸੀ ਤੇ ਪਰਚਾ ਦਰਜ ਕਿਉਂ ਹੋਇਆ? ਪਲੀਜ਼ ਇਹਦਾ ਜਵਾਬ ਦਿਓ। ਸਰ ਇਹ ਪਰਚਾ ਫਾਲਤੂ ਦਾ ਦਰਜ ਹੋਇਆ, ਫਾਲਤੂ ਦਰਜ ਹੋਇਆ। ਮਨਦੀਪ ਸਿੰਘ ਮੰਨਾ ਸਰਕਾਰ ਦਾ ਹਿੱਸਾ ਨਹੀਂਗਾ। ਮੈਂ ਉਹੀ ਕੱਲ ਸੁਣੀ ਹੈ ਕਿ ਇਹ ਫਾਲਤੂ ਪ੍ਰੈਸ਼ਰ, ਪੋਲੀਟੀਕਲ ਪ੍ਰੈਸ਼ਰ ਦੇ ਨਾਲ ਹੋਇਆ। ਕੌਣ ਪੋਲੀਟੀਕਲ ਪ੍ਰੈਸ਼ਰ ਕੌਣ ਪਾ ਰਿਹਾ? ਆਪਾਂ ਨੂੰ ਕੀ ਲੱਗਦਾ, ਤੁਹਾਨੂੰ ਕੀ ਲੱਗਦਾ? ਤੁਸੀਂ ਦੱਸ ਸਕਦੇ ਕੋਈ? ਇਹ ਮੰਨਾ ਜੀ ਜਾਣਦੇ ਆ, ਅਸੀਂ ਤੇ ਅਦਾਲਤ ਸਾਹਿਬ ਦੱਸਣਗੇ, ਅਦਾਲਤ ਦੱਸੂਗੀ। ਠੀਕ ਹੈ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਅਦਾਲਤ ਦੱਸੇਗੀ। ਉਹ ਸਿੰਪਲ। ਚਲੋ ਠੀਕ ਹੈ, ਅਸੀਂ ਮੰਨ ਲਓ ਠੀਕ ਹੈ, ਤੁਸੀਂ ਕਹਿੰਦੇ ਹੋ, ਕੋਈ ਕਹਿ ਰਿਹਾ ਕਿ ਤੁਸੀਂ ਆਪਣੇ ਲਈ ਕਰ ਰਹੇ ਹੋ ਹਸਪੀਟਲ। ਇੱਕ ਚੀਜ਼ ਦੱਸੋ, ਪੰਜਾਬ 'ਚ ਬੇਰੁਜ਼ਗਾਰੀ ਥੋੜੀ ਹੈਗੀ, ਅੱਗੇ ਬਹੁਤ ਜ਼ਿਆਦਾ ਹੈ ਨਾ। ਕੋਵਿਡ ਦੌਰਾਨ ਕੋਈ ਜੌਬ ਦੇ ਰਿਹਾ ਕਿਸੇ ਨੂੰ? ਨਹੀਂ ਦੇ ਰਿਹਾ। ਇਹ ਇਨਸਾਨ ਨੂੰ ਇਹ ਨਹੀਂ ਪਤਾ ਕਿ ਕਿੰਨਾ EMPLOYE ਕੰਮ ਕਰ ਰਿਹਾ ਇੱਥੇ। ਤੇਰੀ ਲੀਗਲੀ ਲੜਾਈ ਆਪਣੇ ਤਰੀਕੇ ਨਾਲ ਚੱਲ, ਤੈਨੂੰ ਇੰਨੀ ਨਹੀਂ ਪਤਾ ਹੈਗਾ ਕਿ 1000 EMPLOYE ਕੰਮ ਕਰ ਰਿਹਾ, ਤੂੰ ਇੰਨੇ ਹੀ ਕੰਮ ਕਰਨਾ ਚਾਹੁੰਦਾ ਹੈ ਤੇ ਲੋਕਾਂ ਨੂੰ ਨੌਕਰੀਆਂ ਦੇ ਧੱਕੇ ਖਾਂਦੇ ਫਿਰਦੇ, ਸੜਕਾਂ ਦੇ ਲੋਕਾਂ ਦੇ ਨਿਆਣੇ ਉਹਨਾਂ ਨੂੰ ਖਾਣਾ ਖਵਾ ਜਾ ਕੇ। ਜੇ ਇੰਨੀ ਸੇਵਾ ਕਰਨਾ ਚਾਹੁੰਦਾ, ਇੰਨਾ ਕੁਝ ਕਰਨਾ ਚਾਹੁੰਦਾ ਤੇ ਕੋਈ ਚੱਜ ਦਾ ਕੰਮ ਕਰ। ਇਹਦਾ ਵੀ ਜਵਾਬ ਉਹਨੇ ਦਿੱਤਾ ਸੀ, ਪਹਿਲਾਂ ਵੀ ਮੈਨੂੰ ਕੁਐਸਚਨ ਕੀਤਾ ਸੀ, ਉਹਨੇ ਕਿਹਾ ਕਿ ਲੋਕਡਾਊਨ ਦੇ ਵਿੱਚ ਮੇਰਾ ਪਿਛਲਾ ਰਿਕਾਰਡ ਵੇਖ ਲੈਣ ਕਿ ਮੈਂ ਲੱਖਾਂ ਲੋਕਾਂ ਤੱਕ ਰਾਸ਼ਨ ਪਹੁੰਚਾਇਆ। ਇਹ ਮਨਦੀਪ ਸਿੰਘ ਮੰਨਾ ਕਹਿ ਰਿਹਾ, ਸ਼ਾਇਦ ਤੁਸੀਂ ਵੀ ਫੇਸਬੁੱਕ ਤੋਂ ਵੇਖਿਆ ਹੋਊਗਾ। ਪਹੁੰਚਾ ਦੇਣਗੇ, ਇੱਕ ਦਿਨ ਪਹੁੰਚਾ ਦੇਣਗੇ। ਲੋਕਡਾਊਨ ਤੋਂ ਪਿੱਛੇ 4 ਮਹੀਨੇ ਅਸੀਂ ਲੋਕਡਾਊਨ ਦੌਰਾਨ, ਪੂਰੇ ਲੋਕਡਾਊਨ ਦੌਰਾਨ ਈਐਮਸੀ ਨੇ ਲੰਗਰ ਲਾਇਆ ਸੀ ਸਾਰੇ ਅਟੈਂਡੈਂਟ ਵਾਸਤੇ ਕਿ ਉਹਨਾਂ ਲਈ ਕੋਈ ਫੈਸਿਲਿਟੀ ਨਹੀਂ ਹੈਗੀ। ਸਵੇਰੇ ਹਰ ਮਾਰਨਿੰਗ, ਈਵਨਿੰਗ, ਨਾਈਟ, ਤਿੰਨੇ ਟਾਈਮ ਕੋਈ ਹਸਪੀਟਲ ਇਦਾਂ ਕਰਦਾ। ਉਹ ਤੇ ਸੇਵਾ ਹੀ ਵੀ ਕੀਤੀ ਹੈ। ਉਹਨੂੰ ਕਹੇ ਹੁਣ ਤੈਨੂੰ ਇੰਨੀ, ਅੱਛਾ ਤੂੰ ਇੱਕ ਮਿੰਟ, ਉਹਨੂੰ ਕਹੇ ਅੱਛਾ ਠੀਕ ਹੈ ਤੁਸੀਂ ਸੇਵਾ ਕੀਤੀ ਆ, ਠੀਕ ਹੈ ਤੁਸੀਂ ਸੇਵਾ,
ਤੁਸੀਂ ਸੇਵਾ ਕੀਤੀ ਹੈ ਨਾ, ਤੇ ਉਹਨੂੰ ਕੋ ਫਿਰ ਤੁਹਾਨੂੰ ਇੰਨੀ ਸੈਂਸ ਹੋਣੀ ਚਾਹੀਦੀ ਆ ਕਿ ਇਹ ਲੋਕ, ਕੁਝ ਲੋਕ ਇਦਾਂ ਦੇ ਜਿਨ੍ਹਾਂ ਦੇ ਘਰ ਵੀ ਇਸ ਹਸਪੀਟਲ ਤੋਂ ਚੱਲਦੇ ਪਏ ਆ। ਮੈਂ ਲਾਸਟ ਇੱਕ ਗੱਲ ਕरूँ, ਘਰ ਜ਼ਰੂਰ ਹਸਪੀਟਲ ਤੋਂ ਚੱਲਦੇ ਆ, ਪਰ ਜਾਨੀ ਨੁਕਸਾਨ ਜਦੋਂ ਹੁੰਦਾ ਕਿਸੇ ਪਰਿਵਾਰ ਦਾ, ਉਹ ਮੇਰਾ ਪਰਿਵਾਰ ਵੀ ਹੋ ਸਕਦਾ, ਉਹ ਤੁਹਾਡਾ ਪਰਿਵਾਰ ਵੀ ਹੋ ਸਕਦਾ। ਉਹਦੇ ਨਾਲ ਮੰਨ ਲਓ EMC ਨੇ ਨਹੀਂ ਕੀਤਾ, ਤੁੱਲੀ ਲੈਬ ਨੇ ਕੁਝ ਨਹੀਂ ਕੀਤਾ, ਪਰ ਜੇ ਹਸਪੀਟਲ ਮੰਨ ਲਓ ਦੋਸ਼ੀ ਪਾਇਆ ਜਾਂਦਾ ਤੇ ਫਿਰ ਉਹਦੇ ਵਾਸਤੇ ਕੀ ਹੋਣਾ ਚਾਹੀਦਾ? ਸਰ ਪਹਿਲਾਂ ਇਹਨਾਂ ਨੂੰ ਪਹਿਲਾਂ ਤਾਂ ਸਰ ਮੈਨੂੰ ਉਹ ਉਧਰ ਜਾਈਏ ਨਾ, ਆਪਾਂ ਮਨਦੀਪ ਸਿੰਘ ਮੰਨਾ ਵੱਲ ਨਾ ਜਾਈਏ, ਤੁਸੀਂ ਆਪਣੇ ਪਰਿਵਾਰ ਨਾਲ ਜਾਓ, ਮੇਰੇ ਪਰਿਵਾਰ ਨਾਲ ਆਓ, ਕੇਵਲ ਮੈਂ ਤੁਹਾਡੇ ਸਰ ਪਹਿਲਾਂ ਉਸ ਚੀਜ਼ ਦਾ ਰਿਜ਼ਲਟ ਆਏ ਫਿਰ ਕੋਈ ਗੱਲ ਕਰਨੀ ਚਾਹੀਦੀ, ਰਿਜ਼ਲਟ ਆਏ ਫਿਰ ਗੱਲ ਹੋਣੀ ਚਾਹੀਦੀ। ਜੇ ਮੰਨ ਲਓ ਦੋਸ਼ੀ ਪਾਇਆ ਜਾਂਦਾ ਤੇ ਫਿਰ ਤੁਹਾਡੀਆਂ ਨੌਕਰੀਆਂ ਨੂੰ ਖਤਰਾ ਨਹੀਂ, ਫਿਰ ਕੀ ਕਹਿ ਸਕਦੇ? ਅਸੀਂ ਨਹੀਂ, ਵਿਸ਼ਵਾਸ ਹੈ ਨਾ, ਵਿਸ਼ਵਾਸ ਵਿਸ਼ਵਾਸ ਹੈ ਬਿਲਕੁਲ। ਜੇ ਅਸੀਂ ਅੱਜ ਇੱਥੇ ਖੜੇ ਆ ਨਾ ਸਰ, ਅਸੀਂ ਇੱਥੇ ਖੜੇ ਆ, ਅੱਛਾ ਜੇ ਨੌਕਰੀਆਂ ਦੀ ਗੱਲ ਕਰਦਾ ਸਰ, ਅਸੀਂ ਸਰਕਾਰੀ ਨੌਕਰੀਆਂ ਵਾਲੇ ਨਹੀਂ ਆ, ਅਸੀਂ ਪ੍ਰਾਈਵੇਟ ਨੌਕਰੀਆਂ ਵਾਲੇ ਆ ਸਾਰੇ ਜਾਣੇ। ਜੇ ਅਸੀਂ ਅੱਜ ਖੜੇ ਆ ਇੱਥੇ ਸਹੀ ਹੈ ਤੇ ਤਾਂ ਹੀ ਖੜੇ ਹੋ ਗਏ ਹੈਗੇ ਆ। ਅੱਛਾ ਫਿਰ ਗਵਰਨਮੈਂਟ ਨੇ ਅਲਾਉ ਕੀਤਾ ਸੀ ਹਸਪੀਟਲਾਂ ਵਾਲਿਆਂ ਨੂੰ ਪੇਸ਼ੈਂਟ ਲੈਣੇ ਨਾ, ਬੜੇ ਹਸਪੀਟਲ ਨੂੰ ਅਲਾਉ ਕੀਤਾ। ਤੁੱਲੀ ਲੈਬ ਨੂੰ ਵੀ ਗਵਰਨਮੈਂਟ ਨੇ ਅਲਾਉ ਕੀਤਾ ਸੀ ਤੇ ਗਵਰਨਮੈਂਟ ਨੇ ਬੰਦ ਵੀ ਕਰ ਦਿੱਤਾ, ਇਹ ਵੀ ਆਪਾਂ ਬੰਦ ਕਰਤੇ ਸਰ। ਹਾਂ ਤੇ ਬਾਕੀ ਤੇ ਚੱਲਦੀ ਬਾਕੀ ਵੀ ਚੋਰੀਆਂ ਚੱਲ ਹੀ ਰਹੀਆਂ, ਉਹ ਤਾਂ ਆਪਾਂ ਹਾਂ ਬਾਕੀ ਹਸਪੀਟਲ ਵੀ ਚੱਲਦੇ ਪਏ ਆ। ਉਹਨਾਂ ਨੂੰ ਪੁੱਛੋ ਕਿਹਦੇ ਬਿੱਲ ਚੈੱਕ ਕੀਤੇ ਜਾ ਕੇ ਤੁਸੀਂ ਬਾਕੀ ਹਸਪੀਟਲਾਂ ਦੇ, EMC ਤੋਂ ਇਲਾਵਾ ਕਿਹਦੇ ਬਿੱਲ ਚੈੱਕ ਕੀਤੇ ਆ, ਦੱਸੇ ਨਾ। ਇਹ ਥੋੜੀ ਹੈਗਾ ਕਿ ਜਿੱਥੋਂ ਮੰਨ ਲੈ ਕਿ ਹਾਂ ਇਹ ਲੋਕ ਨੂੰ ਪੈਸਾ ਇਕੱਠੇ ਹੋ ਕੇ ਆ ਗਿਆ ਕਿ ਸ਼ਾਇਦ ਸਾਰਿਆਂ ਨੂੰ ਮਤਲਬ ਕਿ ਹੁਣ ਬਿੱਲ ਮਾਫ ਕਰ ਦੇ EMC। ਇੱਕ ਕੁਐਸਚਨ ਹੋਰ ਮੇਰਾ ਤੁਹਾਨੂੰ, ਕਿਉਂਕਿ ਇਸ ਟਾਈਮ ਦੇ ਉੱਤੇ ਜੇ ਪੋਲਿਟਿਕਸ ਦੀ ਗੱਲ ਕਰੀਏ ਤੇ ਬਿਕਰਮਜੀਤ ਸਿੰਘ ਮਜੀਠੀਆ ਹਸਪੀਟਲ ਬਾਰੇ ਗੱਲ ਕਰਦੇ ਆ, ਮਨਦੀਪ ਸਿੰਘ ਮੰਨਾ ਹਸਪੀਟਲ ਨੂੰ ਟਾਰਗੇਟ ਕਰਦੇ ਆ, ਤੁੱਲੀ ਲੈਬ ਤੁਹਾਡੇ ਸਾਹਮਣੇ ਆ, EMC ਹਸਪੀਟਲ ਦੇ ਪਰਚਾ ਦਰਜ ਹੋਇਆ ਵਾ, ਆਉਣ ਵਾਲੇ ਸਮੇਂ ਦੇ ਵਿੱਚ ਉਹ ਬਰੀ ਹੋ ਜਾਂਦਾ, ਉਹਦੀ ਗੱਲ ਵੱਖਰੀ ਆ, ਸਾਫ਼ ਹੋ ਸਕਦਾ, ਉਹਦੀ ਗੱਲ ਵੱਖਰੀ ਆ। ਜੇ ਮੰਨ ਲਓ ਕੋਈ ਇਹੋ ਜਿਹੀ ਆ ਜਾਂਦੀ ਆ, ਫਿਰ ਤੁਹਾਨੂੰ ਲੱਗਦਾ ਕਿ ਤੁਸੀਂ ਹਸਪੀਟਲ ਦਾ ਸਾਥ ਛੱਡੋਗੇ? ਆਏਗੀ ਨਹੀਂ ਨੌਬਤ, ਨਹੀਂ ਆਏਗੀ, ਆਏਗੀ ਨਹੀਂ ਨੌਬਤ, ਅਸੀਂ ਸਾਨੂੰ ਬਤਾਉ ਨਹੀਂ ਦੇਵਾਂਗੇ, ਆਏਗੀ ਨਹੀਂ। ਅਸੀਂ ਜੇ ਗਵਰਨਮੈਂਟ ਸਾਡੀ ਸੁਣਵਾਈ ਨਹੀਂ ਕਰੇਗੀ, ਅਸੀਂ ਆਪਣੇ ਲੈਵਲ ਤੇ ਤੋਂ ਅੱਗੇ ਵੀ ਵਧਾਂਗੇ, ਅੱਗੇ ਵੀ ਕਾਰਵਾਈ ਕਰਾਂਗੇ। ਪਰ ਸਾਨੂੰ ਇਹ ਵਿਸ਼ਵਾਸ ਆ ਕਿ ਅਮਰਿੰਦਰ ਸਿੰਘ CM ਸਾਡੇ ਇਹ ਚੀਜ਼ ਦੀ ਸੁਣਵਾਈ ਕਰਨਗੇ, ਇਹਨਾਂ ਲੋਕਾਂ ਨੂੰ ਠੱਲ ਪਾਉਣਗੇ ਕਿ ਕਾਨੂੰਨੀ ਤਰੀਕੇ ਨਾਲ ਚੱਲਣ ਦਿਓ, ਫਾਲਤੂ ਦੇ ਸਟੰਟ ਨਾ ਕਰਨ। ਉਹ ਸਾਡੀ ਰਿਕੁਐਸਟ ਸੁਣਨਗੇ। ਅਸੀਂ ਉਹਨਾਂ ਨੂੰ ਹੱਥ ਜੋੜ ਕੇ ਰਿਕੁਐਸਟ ਕਰਦੇ ਹਾਂ ਕਿ ਸਾਡੀ ਬੇਨਤੀ ਸੁਣੀ ਜਾਵੇ, ਇਹਨਾਂ ਲੋਕਾਂ ਨੂੰ ਠੱਲ ਪਾਈ ਜਾਵੇ। ਬਿਲਕੁਲ ਕੈਪਟਨ ਅਮਰਿੰਦਰ ਸਿੰਘ ਜੀ, EMC ਹਸਪੀਟਲ ਦੀ ਗੱਲ ਜ਼ਰੂਰ ਸੁਣੋ। ਜੇ ਦੋਸ਼ੀ ਆ ਤੇ ਦੋਸ਼ੀ ਜ਼ਰੂਰ ਗਰਦਾਨਣਾ, ਇਹ ਵੀ EMC ਹਸਪੀਟਲ ਹੀ ਕਹਿ ਰਿਹਾ। ਜੇ ਨਿਰਦੋਸ਼ ਆ ਤੇ ਨਿਰਦੋਸ਼, ਪਰ ਜੇ ਦੋਸ਼ੀ ਹੋਣਗੇ ਨਾ ਤੇ ਦੋਸ਼ੀ ਜ਼ਰੂਰ ਗਰਦਾਨਣਾ ਪਊਗਾ। ਤੁੱਲੀ ਹਸਪੀਟਲ ਦਾ ਵੀ ਆਪਾਂ ਕਹਿ ਸਕਦੇ ਹਾਂ, ਆਪਾਂ ਵੇਖ ਹੀ ਚੁੱਕੇ ਹਾਂ ਤੁੱਲੀ ਹਸਪੀਟਲ ਨੇ ਕੀ ਕੀਤਾ। ਉਸ ਤੋਂ ਬਾਅਦ ਦੇ ਵਿੱਚ ਇਸ ਟਾਈਮ ਦੇ ਉੱਤੇ ਹਸਪੀਟਲ ਦੀਆਂ ਜੋ ਨਰਸਸ ਕਹਿ ਰਹੀਆਂ ਕਿ ਸਾਨੂੰ ਆਪਣੇ ਹਸਪੀਟਲ ਤੇ ਪੂਰਾ ਮਾਣ ਆ। ਜੇ ਮੰਨ ਲਓ ਹਸਪੀਟਲ ਦੇ ਵਿੱਚ ਇਹ ਜਿਹੜੇ ਕੇਸ ਦਰਜ ਹੋ ਜਾਂਦਾ ਤੇ ਨੌਕਰੀ ਛੱਡਣ ਦੀ ਗੱਲ ਜਦੋਂ ਆਈ ਸੀ, ਉਹ ਕਹਿੰਦੇ ਕਿ ਨੌਕਰੀ ਨਹੀਂ ਛੱਡਾਂਗੇ, ਕੇਸ ਭਾਵੇਂ ਦਰਜ ਹੋ ਜੇ, ਪਰ ਇਹ ਵਿਸ਼ਵਾਸ ਆ ਕਿ ਸ਼ਾਇਦ ਇਹ ਪਰਚਾ ਦਰਜ ਨਹੀਂ ਹੋਣਾ, ਕੈਪਟਨ ਅਮਰਿੰਦਰ ਸਿੰਘ ਮਾਫ ਕਰ ਦੇਣਗੇ। ਵੇਖਦੇ ਹਾਂ ਸਰਕਾਰ ਕਿ ਇੱਕ ਪਾਸੇ ਜਾਂਦੀ ਆ ਤੇ ਪ੍ਰਸ਼ਾਸਨ ਕਿਸ ਕਰਵਟ ਬੈਠਦਾ ਵਾ, ਆਉਣ ਵਾਲਾ ਸਮਾਂ ਦੱਸੇਗਾ। ਮਨਦੀਪ ਸਿੰਘ ਮੰਨਾ ਨਾਲ ਫਿਰ ਆਪਾਂ ਗੱਲਬਾਤ ਕਰਦੇ ਹਾਂ। ਮਨਦੀਪ ਸਿੰਘ ਮੰਨਾ ਵੱਲੋਂ ਅਗਲੀ ਕਾਰਵਾਈ ਕੀਤੀ ਜਾਏਗੀ, ਸਿਆਸੀ ਸਟੰਟ ਆ ਜਾਂ ਸੱਚੀ ਉਹ ਲੋਕਾਂ ਦੇ ਦੁੱਖ ਦਰਦ ਦੇ ਭਾਈਵਾਲ ਬਣੇ ਹੋਏ ਆ?